ਤੁਸੀਂ ਦੇਖ ਰਹੇ ਹੋ ਪਰਦੇਸ ਟਾਈਮ ਸ਼ੋ ਔਨ YouTube। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਹਿੱਟ ਕਰੋ ਤਾਂ ਕਿ ਤੁਹਾਡੇ ਤੱਕ ਸਾਡੇ ਸਭ ਤੋਂ ਲੇਟੈਸਟ ਵੀਡੀਓਜ਼ ਪਹੁੰਚ ਸਕਣ। ਪਰਦੇਸ ਟਾਈਮਸ ਨੂੰ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਪਰਮਪਾਲ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਅੱਜ ਦੇ ਇਸ ਅੰਕ ਦੇ ਵਿੱਚ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਸਾਡੇ ਕੋਲੇ ਬੇ ਏਰੀਏ ਦੇ ਕਾਫੀ ਪੜ੍ਹੇ ਲਿਖੇ ਜਰਨਲਿਸਟ ਸਾਡੇ ਕੋਲੇ ਆਏ ਹੋਏ ਨੇ ਪਰਦੇਸ ਟਾਈਮ ਦੇ ਵਿਹੜੇ ਦੇ ਵਿੱਚ। ਪਰ ਵਿਹੜੇ ਦੇ ਵਿੱਚ ਵੀ ਆਉਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਆਪਣੀ ਡਿਊਟੀ ਦੇ ਵਿੱਚ ਹੀ ਬਿਠਾ ਲਿਆ ਤੇ ਅਸੀਂ ਕੁਝ ਗੱਲਾਂ ਬਾਤਾਂ ਜੋ ਆਪਣੇ ਸਮਾਜ ਦੇ ਵਿੱਚ ਆਸੇ-ਪਾਸੇ ਵਾਪਰ ਰਹੀਆਂ ਉਹਦੇ ਬਾਰੇ ਥੋੜ੍ਹਾ ਬਹੁਤਾ ਕਰਾਂਗੇ ਅਸੀਂ ਚਰਚਾ ਉਸ ਤੇ ਅਸੀਂ ਤੁਹਾਡੇ ਸੁਝਾਅ ਵੀ ਲਵਾਂਗੇ ਉਸ ਤੋਂ ਬਾਅਦ। ਤੇ ਮੇਰੀ ਮੁਰਾਦ ਮੋਨਕਾ ਉਪਲ ਜੀ ਤੋਂ ਹੈ। ਇਹ ਸਾਡੇ ਦਰਮਿਆਨ ਨੇ, ਤਸ਼ਰੀਫ ਫਰਮਾ ਨੇ ਮੇਰੇ ਕੋਲੇ। ਤੇ ਮੋਨਕਾ ਜੀ ਸਤਿ ਸ੍ਰੀ ਅਕਾਲ। ਪਰਮਪਾਲ ਜੀ, ਤੁਹਾਨੂੰ ਤੇ ਪਰਦੇਸ ਟਾਈਮ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੋਨਿਕਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਸਤਿ ਸ੍ਰੀ ਅਕਾਲ। ਤੁਸੀਂ ਮੈਨੂੰ ਨਿਯੁਕਤਾ ਦਿੱਤਾ, ਇਸ ਪਲੇਟਫਾਰਮ ਤੇ ਬੋਲਣ ਦਾ ਮੌਕਾ ਦਿੱਤਾ, ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ। ਇਹਦੇ ਵਿੱਚ ਅਸੀਂ ਖੁਸ਼ਨਸੀਬ ਹਾਂ ਜੀ ਜ਼ਿਆਦਾ ਜਿਹੜਾ ਤੁਸੀਂ ਇੱਥੇ ਸਾਡੇ ਕੋਲ ਆ ਗਏ। ਮੋਨਕਾ ਜੀ ਕੀ ਹਾਲ ਚਾਲ ਹੈ ਤੁਹਾਡਾ? ਸਭ ਤੋਂ ਪਹਿਲਾਂ ਵਧੀਆ ਜੀ, ਚੜ੍ਹਦੀ ਕਲਾ 'ਚ। ਜਿਸ ਤਰ੍ਹਾਂ ਕਿ ਮੋਨਕਾ ਜੀ ਸਾਨੂੰ ਪਤਾ ਹੈ ਤੁਹਾਡੇ ਬਾਰੇ, ਪਰ ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਤੁਸੀਂ ਇੱਕ ਬਿਲਕੁਲ 3 ਜਾਂ 4 ਲਾਈਨਾਂ ਦੀ ਆਪਣੀ ਜਿਹੜਾ ਤੁਆਰਫ ਹੈਗਾ ਜਿਹੜਾ ਉਹ ਆਪਦੀ ਜਾਣਕਾਰੀ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਉਸ ਦੇ ਵਿੱਚ ਤੁਹਾਡਾ ਨਾਂ ਤਾਂ ਹੁਣ ਜਾਣਗੇ ਸਾਰੇ ਜਣੇ ਕਿ ਕੀ ਤੁਹਾਡੀ ਕੁਆਲੀਫਿਕੇਸ਼ਨ ਹੈ ਤੇ ਕੀ ਤੁਸੀਂ ਜ਼ਿਆਦਾਤਰ ਕੀ ਕਾਰੋਬਾਰ ਕਰਦੇ ਹੋ ਤੇ ਉਸ ਦੇ ਵਿੱਚ ਕਿਸ ਸਮਾਜ ਦੇ ਵਿੱਚ ਤੁਸੀਂ ਵਿਚਰਦੇ ਹੋ। ਜ਼ਿਆਦਾ ਭਾਵ ਕਹਿਣ ਦਾ ਕਿ ਜੋ ਕੁਝ ਤੁਸੀਂ ਲਿਖਦੇ ਹੋ ਉਹ ਜ਼ਿਆਦਾ ਕਿਸ ਵਿਸ਼ੇ ਦੇ ਉੱਤੇ ਲਿਖਦੇ ਹੋ? ਜੇ ਤਾਂ ਮੈਂ ਆਪਣੇ ਅੰਦਾਜ਼ 'ਚ ਕਹਾਂ ਤੇ ਮੈਂ ਇੱਕ ਅੱਛਾ ਇਨਸਾਨ ਬਣਨ ਦੀ ਕੋਸ਼ਿਸ਼ ਰੋਜ਼ ਕਰਦੀ ਹਾਂ ਜੀ। ਬਿਲਕੁਲ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੇਰਾ ਅੱਜ ਦਾ ਦਿਨ ਕੱਲ੍ਹ ਤੋਂ ਬਿਹਤਰ ਹੋਵੇ। ਪਰ ਜੇ ਅਸੀਂ ਦੱਸਣਾ ਚਾਹਾਂ ਮੈਂ ਆਪਣੀ ਤਾਰੀਫ ਤੇ ਮੈਂ ਮਾਸਟਰਸ ਇਨ ਇੰਗਲਿਸ਼ ਲਿਟਰੇਚਰ ਤੇ ਮਾਸਟਰਸ ਇਨ ਮੈਸ ਕਮਿਊਨੀਕੇਸ਼ਨ ਕੀਤਾ ਹੋਇਆ ਜੀ। ਮੈਸ ਮੀਡੀਆ ਮੇਰਾ ਫੀਲਡ ਹੈ। ਚੰਡੀਗੜ੍ਹ ਟ੍ਰਿਬਿਊਨ ਮੈਂ ਜੌਬ ਕੀਤੀ ਸੀ ਪਹਿਲੀ, ਤੇ ਇੱਥੇ ਮੈਂ ਨਿਊਜ਼ਪੇਪਰਸ ਨਾਲ ਐਸੋਸੀਏਟਿਡ ਹੈ ਜੀ, ਇੰਡੀਆ ਵੈਸਟ, ਇੰਡੀਆ ਪੋਸਟ, ਐਵਰਗ੍ਰੀਨ ਟਾਈਮਸ। ਵਾਹ ਜੀ। ਔਰ ਖੁਸ਼ਕਿਸਮਤੀ ਅੱਜ ਕੱਲ੍ਹ ਰੇਡੀਓ ਮਿਰਚੀ 1310 ਤੇ ਮੈਂ ਡਰਾਈਵ ਟਾਈਮ ਸ਼ੋ ਕਰਦੀ ਹਾਂ। ਵਾਹ ਜੀ, ਵਾਹ ਜੀ, ਬਹੁਤ ਵਧੀਆ ਜੀ। ਮੈਂ ਚਾਹੁੰਦਾ ਸੀਗਾ ਵੀ ਤੁਸੀਂ ਆਪਣੇ ਨਾਲ ਆਪਣੇ ਜਿਹੜਾ ਹੈਗਾ ਮੁੱਖ ਬੰਦ ਦੇ ਵਿੱਚੋਂ ਤੁਸੀਂ ਦੱਸੋ, ਪਰ ਜਿਹੜਾ ਸ਼ੋਅ ਮੋਨਕਾ ਜੀ ਸੁਬਾਹ ਕਰਦੇ ਹੈਗੇ ਆ 7 ਤੋਂ ਲੈ ਕੇ 9 ਵਜੇ ਤੱਕ, ਉਹ ਬਹੁਤ ਪਪੂਲਰ ਸ਼ੋਅ ਹੈਗਾ ਰੇਡੀਓ ਮਿਰਚੀ ਦਾ। ਤੁਸੀਂ ਵੀ ਜੋ ਦੇਖੋਗੇ ਤੁਸੀਂ ਉਸ ਤੋਂ ਬਾਅਦ ਤੁਸੀਂ ਵੀ ਸੁਣਿਆ ਕਰੋਗੇ ਤੇ ਆਪਦੇ ਸੁਝਾਅ ਵੀ ਦਿਓ। ਮੋਨਕਾ ਜੀ, ਜਿਹੜਾ ਕੁਝ ਆਸੇ-ਪਾਸੇ ਅੱਜ ਕੱਲ੍ਹ ਵਿਚਰ ਰਿਹਾ ਹੈ ਖਾਸ ਕਰ ਆਪਣੇ ਪੰਜਾਬੀ ਸਮਾਜ ਦੇ ਵਿੱਚ, ਉਹ ਇਹ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਨੂੰ ਕੋਈ ਸਮਝ ਨਹੀਂ ਰਿਹਾ। ਰਿਸ਼ਤੇ ਬਹੁਤ ਤਰ੍ਹਾਂ ਦੇ ਹੁੰਦੇ ਨੇ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸਭ ਨਾਲੋਂ ਜ਼ਿਆਦਾ ਪਵਿੱਤਰ ਰਿਸ਼ਤਾ ਜਿਹੜਾ ਹੈਗਾ ਉਹ ਮਾਂ ਦਾ ਗਿਣਿਆ ਜਾਂਦਾ, ਮਾਂ ਦਾ ਧੀ ਦੇ ਨਾਲ ਜਾਂ ਮਾਂ ਦਾ ਪੁੱਤ ਦੇ ਨਾਲ। ਬਿਲਕੁਲ ਜੀ। ਕੋਈ ਸ਼ੱਕ ਨਹੀਂ ਹੈ ਇਸ ਦੇ ਵਿੱਚ ਕਿ ਇਸ ਪਵਿੱਤਰ ਰਿਸ਼ਤੇ ਦਾ ਕੋਈ ਵੀ ਸਾਨੀ ਨਹੀਂ ਹੈ, ਕਿਉਂਕਿ ਇਹ ਇੰਗਲਿਸ਼ ਦੇ ਵਿੱਚ ਅਸੀਂ ਜੇ ਕਿਹਾ ਜਾਵੇ ਤਾਂ ਇੱਕ ਅਨਕੰਡੀਸ਼ਨਲ ਲਵ, ਜਿਹਨੂੰ ਕਿ ਇੱਕ ਸਮਰਪਿਤ ਹੁੰਦੀ ਹੈ ਮਾਂ ਉਸ ਬੱਚੇ ਨੂੰ, ਜਿਹੜਾ ਉਸ ਦਾ ਬੱਚਾ ਹੈ, ਤੇ ਉਸ ਨੂੰ ਮੇਰਾ ਖਿਆਲ ਹੈ ਕਿ ਸਾਰੀ ਉਮਰ ਹੀ ਉਸ ਨੂੰ ਪਿਆਰ ਦਿੰਦੀ ਰਹਿੰਦੀ ਹੈ। ਖਾਸ ਕਰ ਉਸ ਨੂੰ ਰੇਜ਼ ਕਰਨਾ, ਉਸ ਨੂੰ ਮਤਲਬ ਉਸ ਦੇ ਪਾਲਣ ਪੋਸ਼ਣ ਕਰਨਾ, ਉਹ ਤਾਂ ਆਪਣੇ ਆਪ ਦੇ ਵਿੱਚ ਉਸ ਦੀ ਕੋਈ ਮਿਸਾਲ ਨਹੀਂ ਹੈ। ਤੁਹਾਡਾ ਕੀ ਵਿਚਾਰ ਹੈ ਕਿ ਜਿਹੜਾ ਇਹੀ ਰਿਸ਼ਤਾ ਹੈ ਮਾਂ ਧੀ ਦਾ, ਮਾਂ ਪਿਓ ਦਾ, ਮਾਂ ਤੇ ਪੁੱਤ ਦਾ, ਇਹਦੇ ਰਿਸ਼ਤੇ ਦੇ ਵਿੱਚ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਨਗਾਰ ਜਿਹਾ ਆਉਂਦਾ ਜਾਂਦਾ ਹੈ, ਪਰ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ? ਸਭ ਤੋਂ ਖਾਲਿਸ ਰਿਸ਼ਤਾ ਹੈ ਪਰਮਪਾਲ ਜੀ, ਬਿਲਕੁਲ, ਮਾਂ ਤੇ ਬੱਚੇ ਦਾ, ਕਿਉਂਕਿ ਮਾਂ ਕਦੇ ਵੀ ਕੋਈ ਚੀਜ਼ ਨਹੀਂ ਚਾਹੁੰਦੀ ਕਿ ਮੈਨੂੰ ਵਾਪਸ ਬੱਚੇ ਤੋਂ ਮਿਲੇ। ਬੱਚਾ ਹੋਣ ਤੋਂ ਪਹਿਲੇ ਤੋਂ ਮਾਂ ਬੱਚੇ ਨੂੰ ਪਾਲ ਰਹੀ ਹੁੰਦੀ ਹੈ। ਹਾਂਜੀ, ਉਹਦੀ ਤਿਆਰੀ ਪਹਿਲਾਂ ਤੋਂ। ਅਸੀਂ ਬਹੁਤ ਕਹਾਣੀਆਂ ਸੁਣੀਆਂ ਕਿ ਮਾਂ ਦਾ ਦਿਲ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜੇ ਮਾਂ ਨੂੰ ਕੋਈ ਕਤਲ ਕਰਨ ਵੀ ਜਾ ਰਿਹਾ ਹੁੰਦਾ ਤੇ ਉਹ ਕਹਿੰਦੀ ਹੈ ਕਿ ਤੈਨੂੰ ਸੱਟ ਨਾ ਲੱਗ ਜਾਏ। ਸਭ ਨੂੰ ਇਹ ਗਾਥਾਵਾਂ ਪਤਾ ਹੈ, ਸਾਨੂੰ ਪਤਾ ਹੈ ਕਿ ਮਾਂ ਦਾ ਪਿਆਰ ਖਾਲਿਸ ਹੁੰਦਾ, ਔਰ ਅਸੀਂ ਆਪ ਇਹ ਸਾਰੀ ਚੀਜ਼ਾਂ ਅਨੁਭਵ ਕੀਤੀਆਂ ਹੋਈਆਂ। ਤੁਹਾਨੂੰ ਪਤਾ ਹੈ ਕਿ ਮਾਂ ਕਦੇ ਵੀ ਬੱਚੇ ਦਾ ਬੁਰਾ ਨਹੀਂ ਚਾਹੇਗੀ। ਹਾਲਾਂਕਿ ਇਤਿਹਾਸ 'ਚ ਅਸੀਂ ਬਹੁਤ ਸਾਰੀ
ਇਸ ਤਰ੍ਹਾਂ ਦੀ ਘਟਨਾਵਾਂ ਦੇਖਦੇ ਆ, ਪਰ ਉਹ ਹੋਰ ਪਾਸੇ ਅਸੀਂ ਲੈ ਜਾਂਦੇ ਆ ਕਿ ਬਿਲਕੁਲ ਵੀ ਜੀ। ਤੁਸੀਂ ਪੋਲਿਟਿਕਸ ਇਨਵੋਲਵਡ ਹੋ ਗਿਆ ਜਾਂ ਕੋਈ ਹੋਰ ਗੱਲ ਹੋ ਗਈ, ਔਰ ਹਰ ਚੀਜ਼ ਵਿੱਚ ਤੁਸੀਂ ਕਹਿੰਦੇ ਹੋ ਨਾ ਕਿ ਕੋਈ ਨਾ ਕੋਈ ਆਊਟ ਆਫ ਦ ਲੀਗ ਗੱਲ ਹੁੰਦੀ ਹੈ। ਜੀ, ਪਰ ਅਸੀਂ ਜੀ, ਜੇ ਬਿਲਕੁਲ। ਜਨਰਲ ਗੱਲਾਂ ਕਰੀਏ, ਉਸ 'ਚ ਮਾਂ ਤੇ ਬੱਚੇ ਦਾ ਪਿਆਰ ਸਭ ਤੋਂ ਖਾਲਿਸ ਹੁੰਦਾ ਹੈ, ਕਿਉਂਕਿ ਇਸ 'ਚ ਕੋਈ ਐਕਸਪੈਕਟੇਸ਼ਨ ਨਹੀਂ ਹੁੰਦੀ। ਕੋਈ ਜੇ ਬੱਚਾ ਨਾ ਮਾਂ ਨੂੰ ਰੈਸਿਪਰੋਕੇਟ ਕਰੇ ਤੇ ਮਾਂ ਗਿਲਾ ਨਹੀਂ ਕਰਦੀ। ਬਿਲਕੁਲ ਜੀ, ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਜੀ। ਦੇਖੋ ਅਜੋਕੇ ਸਮੇਂ ਦੇ ਵਿੱਚ ਜਿਹੜਾ ਹੈਗਾ ਨਾ, ਕਿਉਂਕਿ ਮਾਵਾਂ ਵੀ ਕੰਮ ਕਰਦੀਆਂ ਨੇ, ਜਿਹੜੇ ਬਾਪ ਆ ਉਹ ਵੀ ਕੰਮ ਕਰਦੇ ਨੇ, ਤਾਂ ਉਹ ਟਾਈਮ, ਉਹ ਵਕਤ ਮਾਵਾਂ ਬਈ ਨਹੀਂ ਦੇ ਸਕਦੀਆਂ ਬੱਚਿਆਂ ਨੂੰ ਜਿੰਨਾ ਦੇਣਾ ਚਾਹੀਦਾ, ਤਾਂ ਗੁੰਝਲਾਂ ਜਿਹੜੀਆਂ ਹੈਗੀਆਂ ਕੁਝ ਹੋਰ ਪੈਦਾ ਹੋ ਰਹੀਆਂ। ਪਰ ਪੁਰਾਣੇ ਸਮਿਆਂ ਦੇ ਵਿੱਚ ਮਾਂ ਦਾ ਕੰਮ ਸਿਰਫ ਬੱਚੇ ਨੂੰ ਪਾਲਣਾ ਹੀ ਹੁੰਦਾ ਸੀਗਾ, ਤੇ ਉਹ ਬਾਖੂਬੀ ਬੱਚੇ ਬੜੇ ਨਰੋਏ ਤੇ ਬੜੇ ਹੈਲਦੀ, ਤੇ ਉਹਨਾਂ ਨੂੰ ਜਿਹੜਾ ਖਾਨਦਾਨ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਵਿਰਸਾ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਮਿਲਦੀਆਂ ਸੀ ਨਾ, ਉਹ ਬੜੀਆਂ ਹੀ ਜ਼ਿਆਦਾ ਤੁਸੀਂ ਕਹ ਲਓ ਕਿ ਤਾਕਤਵਰ ਹੁੰਦੀਆਂ ਸੀ, ਨਾ ਕਿ ਖਾਣ ਦੇ ਪ੍ਰਤੀ। ਕੁੱਲ ਮਿਲਾ ਕੇ ਸਮਾਜ ਨੂੰ ਸੱਜਰਾ ਰੱਖਣ ਦੇ ਲਈ ਉਹ ਜਿਹੜੀਆਂ ਚੀਜ਼ਾਂ ਮਿਲਦੀਆਂ ਸੀ ਨਾ ਜੀ, ਉਹ ਬਹੁਤ। ਤੇ ਅੱਜ ਕੱਲ ਪਰਿਵਾਰ ਟੁੱਟ ਗਏ, ਇੱਥੋਂ ਤੱਕ ਕਿ ਦੇਖੋ ਨਾ ਕਿ ਬੱਚਾ ਮਾਂ ਨੇ ਪੈਦਾ ਕੀਤਾ, 5-7 ਸਾਲਾਂ ਬਾਅਦ ਹੀ ਬੱਚਾ ਸਕੂਲ ਚਲਾ ਗਿਆ, ਔਰ ਉਹ ਸਕੂਲ ਵੀ ਕਈ ਵਾਰੀ ਐਡੀ ਦੂਰ ਹੁੰਦੇ ਆ, ਉੱਥੇ ਹੁਣ ਮਾਂ ਕਿਵੇਂ ਪਿਆਰ ਦੇ ਸਕੇ। ਸੋ ਇਹ ਕਈ ਗੱਲਾਂ ਨੇ ਜਿਨ੍ਹਾਂ ਆਪਾਂ ਕੁਝ ਛੇੜਤੀਆਂ, ਕੁਝ ਦਰਸ਼ਕ ਆਪਣੇ ਦੱਸਣਗੇ ਵੀ ਕਈ ਗੱਲਾਂ ਨੇ ਵੀ ਇਹਨਾਂ 'ਚ ਪਰਿਵਾਰ ਟੁੱਟਣ ਨਾਲ ਮਾਂ ਤੇ ਪੁੱਤ ਦਾ ਜਿਹੜਾ ਪਿਆਰ ਹੈ ਉਹਦੇ 'ਚ ਗੈਪ ਪੈਦਾ ਹੁੰਦਾ ਜਾਂਦਾ, ਇੱਕ ਫਾਸਲਾ ਪੈਦਾ ਹੁੰਦਾ ਜਾਂਦਾ। ਅਸੀਂ ਕਿਸੇ ਗੱਲੋਂ ਵੀ ਮਾਂ ਨੂੰ ਨਹੀਂ ਅਸੀਂ ਕਹਿ ਸਕਦੇ ਕਿ ਉਧਰ ਵੱਲੋਂ ਪਿਆਰ ਘਟ ਗਿਆ, ਪਰ ਇੱਧਰ ਪੁੱਤ ਦੀਆਂ ਮਜਬੂਰੀਆਂ ਹੀ ਇੰਨੀਆਂ ਨੇ ਕਿ ਉਹ ਮਾਂ ਦਾ ਖਿਆਲ ਨਹੀਂ ਰੱਖ ਸਕਦਾ। ਸੋ ਇਹੋ ਜਿਹੀਆਂ ਗੁੰਝਲਦਾਰ ਸਮੱਸਿਆਵਾਂ ਦੇ ਵਿੱਚ ਆਪਾਂ ਅੱਗੇ ਹੋਰ ਵੀ ਰਿਸ਼ਤੇ ਦੇਖਾਂਗੇ। ਜਿਸ ਤਰ੍ਹਾਂ ਹੁਣ ਦੇਖੋ ਤੁਸੀਂ ਅੱਜ ਕੱਲ੍ਹ ਦੇ ਸਮੇਂ 'ਚ ਕਿ ਇੱਕ ਮਾਂ ਦੇ ਮੰਨ ਲਓ ਕਿ 4 ਬੱਚੇ ਹੋਏ, ਹਾਂਜੀ, 2 ਧੀਆਂ ਹੋਈਆਂ, 2 ਪੁੱਤ ਹੋਏ। ਹੁਣ ਦੇਖੋ ਧੀ ਤੇ ਪੁੱਤ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ 'ਚ ਕੋਈ ਫਰਕ ਨਹੀਂ ਗਿਣਿਆ ਜਾਂਦਾ, ਨਾ ਕਿ ਹੋਣਾ ਚਾਹੀਦਾ ਹੈ, ਨਾ ਕਿ ਹੋਣਾ ਚਾਹੀਦਾ, ਇਹ ਆਪਾਂ ਸਾਰੇ ਜਣੇ ਮੰਨਦੇ ਹਾਂ। ਹਾਂਜੀ। ਪਰ ਜਿਹੜਾ ਧੀ ਦਾ ਜਿਹੜਾ ਪਿਆਰ ਹੈਗਾ ਮਾਂ ਦੇ ਨਾਲ ਬਣਿਆ ਰਹਿਣਾ, ਤੇ ਪੁੱਤ ਦਾ ਜਿਹੜਾ ਪਿਆਰ ਮਾਂ ਨਾਲ ਬਣਿਆ ਰਿਹਾ, ਉਹਦੇ ਵਿੱਚ ਫਰਕ ਕਿਉਂ ਆ ਰਿਹਾ? ਫਰਕ ਪਰਪਾਲ ਜੀ ਬਹੁਤ ਡੂੰਘੀ ਗੱਲ ਹੈ, ਕਿਉਂਕਿ ਇੱਕ ਜਿਹੜੀ ਨਾ ਹੁੰਦੀ ਤੁਹਾਡੀ ਅੰਦਰੂਨੀ ਸਾਡਾ ਸੁਭਾਅ ਹੁੰਦਾ ਹੈ। ਕੁੜੀਆਂ, ਉਹਨਾਂ ਦੀ ਆਦਤ ਹੁੰਦੀ ਹੈ ਕਿ ਉਹ ਜਦ ਵੀ ਬਾਹਰੋਂ ਆਉਂਦੀਆਂ ਸਕੂਲ ਕਾਲਜ ਤੋਂ ਆ ਕੇ ਮਾਂ ਨਾਲ ਸਾਰੀ ਉਹ ਚੀਜ਼ਾਂ ਸਾਂਝੀਆਂ ਕਰਦੀਆਂ ਜੀ। ਅੱਜ ਸਾਡੇ ਇਹ ਹੋਇਆ, ਅੱਜ ਅਸੀਂ ਇੱਥੇ ਗਏ, ਇਹ ਕੀਤਾ। ਮੁੰਡਿਆਂ ਦੀ ਨੇਚਰ ਹੀ ਕਹਿ ਸਕਦੇ ਹੋ ਤੁਸੀਂ, ਕਿਉਂਕਿ ਹਰ ਮੁੰਡਾ ਅਲੱਗ ਹੁੰਦਾ ਹੈ। ਕਈ ਬਹੁਤ ਗੱਲਾਂ ਕਰਦੇ ਆ, ਕਈ ਥੋੜੇ ਜਿਹੇ ਰਿਜ਼ਰਵ ਹੁੰਦੇ ਆ। ਹਾਂਜੀ। ਤੇ ਮੈਨੂੰ ਲੱਗਦਾ ਹੈ ਬੇਸਿਕਲੀ ਕਮਿਊਨੀਕੇਸ਼ਨ ਦਾ ਇਸ਼ੂ ਹੋ ਜਾਂਦਾ ਹੈ, ਕਿਉਂਕਿ ਜਿੰਨਾ ਤੁਸੀਂ ਜ਼ਿਆਦਾ ਗੱਲਬਾਤ ਕਰੋਗੇ, ਖੁੱਲ ਕੇ ਤੁਸੀਂ ਚੀਜ਼ਾਂ ਸਾਂਝੀਆਂ ਕਰੋਗੇ, ਉਹਨਾਂ ਤੁਹਾਡੀ ਨੇੜਤਾ ਵੱਧਦੀ ਹੈ। ਤੇ ਮੁੰਡਿਆਂ ਦੀ ਜ਼ਿਆਦਾਤਰ ਮੈਨੂੰ ਲੱਗਦਾ ਇਹੀ ਗੱਲ ਹੁੰਦੀ ਹੈ ਕਿ ਉਹ ਕਿਸੇ ਨਾਲ ਵੀ ਸਾਂਝੀ ਨਹੀਂ ਕਰਦੇ, ਉਹ ਹੋਰ ਤਰ੍ਹਾਂ ਦੀ ਉਹਨਾਂ ਦੀ ਤਰਬੀਅਤ ਹੁੰਦੀ ਹੈ, ਹੋਰ ਤਰ੍ਹਾਂ ਦੀ ਉਹਨਾਂ ਦੀ ਨੇਚਰ ਹੁੰਦੀ ਹੈ। ਤੇ ਇਸ ਲਈ ਕਹਿੰਦੇ ਆ ਵੀ ਕੁੜੀਆਂ ਤੇ ਮਾਵਾਂ ਬਹੁਤ, ਉਹ ਮਾਵਾਂ ਤੇ ਧੀਆਂ ਰਲ ਬੈਠੀਆਂ ਨੇ ਮਾਏ ਕਰਦੀਆਂ ਕੋਈ ਗਲੋੜੀਆਂ। ਉਹ ਆਪਾਂ ਹੋਰ ਪਾਸੇ ਚਲੇ ਜਾਵਾਂਗੇ, ਇਮੋਸ਼ਨਲ ਵੀ ਹੋ ਜਾਵਾਂਗੇ, ਪਰ ਮਾਂ ਧੀ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੈ ਜੀ ਜਿਸ ਵਿੱਚ ਕੋਈ ਲੁਕੋ ਨਹੀਂ ਹੁੰਦਾ। ਤੇ ਇੱਕ ਬਹੁਤ ਵੱਡੀ ਗੱਲ ਪਰਮਪਾਲ ਜੀ ਮੈਂ ਇੱਥੇ ਕਹਿਣਾ ਚਾਹਾਂਗੀ ਕਿ ਮਾਂ ਧੀ ਨੂੰ ਕੋਈ ਆਪਣੀ ਖਾਮੀ ਦੱਸ ਦੇਗੀ ਜਾਂ ਕੋਈ ਗਲਤੀ ਦੱਸ ਦੇਗੀ, ਮਾਂ ਉਸ ਤੇ ਪਰਦਾ ਪਾਉਂਦੀ ਹੈ। ਵਾਹ, ਤੁਸੀਂ ਕਿਸੇ ਹੋਰ ਇਨਸਾਨ ਨੂੰ ਆਪਣੀ ਕੋਈ ਗੱਲ ਦੱਸੋਗੇ ਨਾ, ਮੈਂ 100% ਇਸ ਚੀਜ਼ ਨਾਲ ਸਹਿਮਤ ਹਾਂ। ਉਹ ਟਾਈਮ ਤੇ ਤੁਹਾਨੂੰ ਆ ਕੇ ਦਿਖਾ ਦੇਗਾ ਸ਼ੀਸ਼ਾ ਵੀ ਤੁਸੀਂ ਇਸ ਟਾਈਮ ਇਹ ਗਲਤੀ ਕੀਤੀ ਸੀ। ਮਾਂ ਤੁਹਾਡੇ ਤੇ ਪਰਦਾ ਪਾਉਂਦੀ ਹੈ, ਮਾਂ ਤੁਹਾਨੂੰ ਅੱਛੀ ਸਿੱਖਿਆ ਦਿੰਦੀ ਹੈ। ਤੇ ਤਾਂ ਹੀ ਅਸੀਂ ਮਾਂ ਨਾਲ ਬਿਨਾਂ ਕੋਈ ਜਜਮੈਂਟ ਦਾ, ਸਾਨੂੰ ਨਹੀਂ ਹੁੰਦਾ ਵੀ ਇਹ ਇਨਸਾਨ ਸਾਨੂੰ ਜੱਜ ਕਰੂਗਾ, ਅਸੀਂ ਆਪ ਗਲਤੀ ਕੀਤੀ ਹੈ ਜਾਂ ਸਾਡੇ ਤੋਂ ਇੱਥੇ ਕੋਈ ਕਮੀ ਪੇਸ਼ੀ ਰਹਿ ਗਈ ਹੈ। ਬਿਲਕੁਲ ਜੀ, ਬਿਲਕੁਲ। ਤੇ ਇਸ ਲਿਹਾਜ਼ ਨਾਲ ਮੈਂ ਕਹਿ ਸਕਦੀ ਹਾਂ ਕਿ ਮਾਂ ਔਰ ਧੀ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੈ ਦੁਨੀਆ ਵਿੱਚ ਜਿਸ ਦਾ ਕੋਈ ਹੋਰ ਜੋੜ ਨਹੀਂ ਹੈ, ਕੋਈ ਸਾਨੀ ਨਹੀਂ। ਦੇਖੋ, ਇੱਕ ਮੈਂ ਹੋਰ ਗੱਲ ਇਸ ਦੇ ਵਿੱਚ ਤੁਹਾਡੇ ਕਹਿਣ ਦੀ ਤਾਇਦ ਕਰਦਾ ਮੈਂ, ਵੀ ਜਦੋਂ ਜਿਹੜਾ ਮਾਂ ਤੇ ਧੀ ਦਾ ਰਿਸ਼ਤਾ, ਉਹਦੇ ਵਿੱਚ ਇਹ ਦੇਖਿਆ ਜਾਂਦਾ ਕਿ ਪਿਆਰ ਤੇ ਉਸ ਦੇ ਵਿੱਚ ਜਿਹੜਾ ਹੈਗਾ ਤਿਆਗ ਕਿੰਨਾ। ਹਾਂਜੀ। ਪਰ ਜਦੋਂ ਪੁੱਤ ਤੇ ਮਾਂ ਦਾ ਰਿਸ਼ਤਾ ਦੇਖਿਆ ਜਾਂਦਾ ਤਾਂ ਪੁੱਤ ਦੀ ਰਿਸਪੌਂਸਿਬਿਲਟੀ ਵੀ ਮਾਂ ਦੇ ਪ੍ਰਤੀ ਦੇਖੀ ਜਾਂਦੀ ਹੈ, ਜਦ ਕਿ ਧੀ ਨੂੰ ਕੋਈ ਰਿਸਪੌਂਸਿਬਿਲਟੀ ਨਹੀਂ ਹੁੰਦੀ ਮਾਂ ਦੀ। ਇਹ ਚੀਜ਼ ਵੀ ਆਪਣੇ ਸਮਾਜ ਦੇ ਵਿੱਚ, ਮੇਰਾ ਖਿਆਲ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਕਿਉਂਕਿ ਬੱਚੇ ਦਾ ਹੀ, ਲੜਕੇ ਦਾ ਹੀ ਫਰਜ਼ ਬਣਦਾ ਆਪਦੇ ਮਾਂ ਪਿਓ ਦੀ ਟੇਕ ਕੇਅਰ ਕਰਨਾ, ਕਿ ਸਾਨੂੰ ਧੀ ਨੂੰ ਕਦੇ, ਦੇਖੋ ਅੱਜ ਕੱਲ ਦੇ ਸਮੇਂ ਦੇ ਵਿੱਚ ਧੀਆਂ ਵੀ ਕਰਦੀਆਂ ਨੇ, ਇਹਦੇ ਵਿੱਚ ਮੈਂ ਨਹੀਂ ਇਨਕਾਰੀ ਨਹੀਂ ਹੋਊਂਗਾ, ਧੀਆਂ ਕੋਲੇ ਵੀ ਮਾਂ ਪਿਓ ਰਹਿੰਦੇ ਨੇ, ਪਰ
ਜਿਹੜਾ ਦੇਖਿਆ ਜਾਂਦਾ ਉਹ ਇਹੀ ਹੈ ਕਿ ਪੁੱਤ ਨੂੰ ਹੀ ਠਹਿਰਾਇਆ ਜਾਂਦਾ ਵੀ ਭਾਈ ਤੇਰੀ ਕੀ ਜ਼ਿੰਮੇਵਾਰੀ ਹੈ ਨਾ ਜੀ। ਪਰਮਪਾਲ ਜੀ ਗੱਲ ਇੱਥੇ ਹੋਰ ਆ ਜਾਂਦੀ ਹੈ, ਕਿਹਾ ਜਾਂਦਾ ਹੈ ਕਿ ਜੇ ਧੀ ਦੀ ਜ਼ਿੰਮੇਵਾਰੀ ਹੋਵੇ ਨਾ ਜੀ ਤੇ ਉਹ ਮਾਂ-ਬਾਪ ਨੂੰ ਕਦੇ ਵੀ 올ਡ ਏਜ ਹੋਮ ਵਿੱਚ ਨਾ ਜਾਣ ਜਾਣਦੇ ਪਰ ਇੱਥੇ ਹੀ ਗੱਲ ਇਹ ਆ ਜਾਂਦੀ ਹੈ, ਜੇ ਤੁਹਾਡੀ ਨੂੰਹ ਹੈ ਜੀ ਤੁਹਾਡੇ ਉਹ ਵੀ ਬੇਟੇ ਕਿਸੇ ਦੀ ਦੀ ਧੀ ਹੈ। ਨਹੀਂ, ਜੇ ਉਹ ਨੂੰਹ ਹਾਂਜੀ ਤੁਹਾਨੂੰ ਮਾਂ-ਬਾਪ ਮੰਨ ਲੈਂਦੀ ਹੈ ਤਾਂ ਉਹ ਜੀ। ਵੀ ਕਿਉਂ ਤੁਹਾਨੂੰ ਜਾਣ ਦੇਗੀ ਜੀ 올ਡ ਏਜ ਹੋਮ ਵਿੱਚ। ਬਿਲਕੁਲ ਇੱਥੇ ਇਹੀ ਚੀਜ਼ਾਂ ਆਪਾਂ ਥੋੜਾ ਜਿਹਾ ਵਿਚਾਰ ਕਰ ਰਹੇ ਹਾਂ ਵੀ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਇਹ ਹੁੰਦੀਆਂ ਸੀਗੀਆਂ। ਦੇਖੋ ਤੁਸੀਂ ਨੂੰਹ ਦਾ ਜ਼ਿਕਰ ਕੀਤਾ, ਮੇਰੇ ਹਿਸਾਬ ਦੇ ਨਾਲ ਮੇਰੀ ਸੋਚ ਗਲਤ ਵੀ ਹੋ ਸਕਦੀ ਹੈ, ਮੇਰੇ ਹਿਸਾਬ ਨਾਲ ਕਿ ਧੀਆਂ ਤੋਂ ਵੱਧ ਨੂੰਹਾਂ ਦੀ ਜਿਹੜੀ ਹੈਗੀ ਹੈ ਨਾ, ਜਿਹੜਾ ਤਿਆਗ ਹੈ ਨੂੰਹਾਂ ਦਾ ਆਪਣੇ ਸਸੁਰਾਲ ਪ੍ਰਤੀ, ਜਾਨੀ ਨੂੰਹ ਬਣ ਕੇ ਆ ਗਈ ਸਹੁਰੇ ਚ ਆ ਗਈ ਹੈ ਨਾ, ਧੀ ਉਸ ਕਿਸੇ ਹੋਰ ਘਰ ਦੀ ਹੈ, ਤਾਂ ਉਹਦਾ ਜਿਹੜਾ ਹੈਗਾ ਨਾ ਤਿਆਗ ਕਹਿ ਲਓ, ਉਹਦਾ ਕਰਮ ਕਹਿ ਲਓ, ਜਿਹੜਾ ਉਹ ਸਹੁਰੇ ਘਰ ਆ ਕੇ ਉਹ ਧੀਆਂ ਤੋਂ ਕਿਤੇ ਉੱਪਰ ਦੀ ਹੈ। ਸਹੀ ਗੱਲ ਹੈ ਤੁਹਾਡੀ, ਪਰ ਮੈਂ ਇੱਕ ਗੱਲ ਇੱਥੇ ਕਹਿਣਾ ਚਾਹਾਂਗੀ ਜੀ, ਸਾਰੇ ਰਿਸ਼ਤੇ ਜਿਹੜੇ ਹੁੰਦੇ ਆ ਨਾ ਹਾਂਜੀ ਉਹ ਇਸ ਤਰ੍ਹਾਂ ਦੇ ਹੁੰਦੇ ਆ ਕਿ ਤੁਹਾਨੂੰ ਨਿੱਤ ਸੀਂਚਣੇ ਪੈਂਦੇ ਆ। ਜੇ ਤੁਸੀਂ ਪੌਦਾ ਲਗਾ ਲਿਆ, ਉਹਨੂੰ ਤੁਸੀਂ ਪਾਣੀ ਨਹੀਂ ਦਿੱਤਾ, ਉਹਦਾ ਖਿਆਲ ਨਹੀਂ ਰੱਖਿਆ, ਉਹਦੇ ਹਾਲਾਤ ਠੀਕ ਨਹੀਂ ਰੱਖੇ, ਖਾਦ ਨਹੀਂ ਪਾਏ, ਉਹ ਮਰ ਸਕਦਾ ਹੈ। ਤੇ ਸਾਡੀ ਜ਼ਿੰਮੇਵਾਰੀ ਪੈਂਦੀ ਹੈ ਜੀ ਕਿਤੇ ਨਾ ਕਿਤੇ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਸੀਂਚਦੇ ਰਹੀਏ। ਜਿਹਨੂੰ ਕਿਸੇ ਹੋਰ ਘਰ ਤੋਂ ਤੁਸੀਂ ਲੈ ਕੇ ਆਏ ਹੋ, ਤੁਸੀਂ ਬਹੁਤ ਉਹਨੂੰ ਦਿਲੋਂ ਪਿਆਰ ਕਰਦੇ ਹੋ, ਪਰ ਉਹਨੂੰ ਅਹਿਸਾਸ ਦਿਵਾਉਣਾ ਬਹੁਤ ਜ਼ਰੂਰੀ ਹੈ ਕਿ ਉਹ ਤੁਹਾਡੇ ਘਰ ਲਈ, ਤੁਹਾਡੇ ਵਿਹੜੇ ਲਈ ਕਿੰਨੀ ਕੀਮਤੀ ਸ਼ਖਸ ਹੈ। ਕਿੰਨੀ ਕੀਮਤੀ। ਇੱਕ ਬਜ਼ੁਰਗ ਦੱਸ ਰਿਹਾ ਸੀਗਾ ਜੀ, ਉਹ ਕਹਿੰਦਾ ਵੀ ਜਿਹੜੀ ਨੂੰਹ ਰਾਣੀ ਹੈ ਨਾ, ਉਹ ਤੁਹਾਡੇ ਵੰਸ਼ ਨੂੰ ਅੱਗੇ ਵਧਾਉਂਦੀ ਹੈ। ਹਾਂਜੀ। ਜਦ ਕਿ ਜਿਹੜੀ ਤੁਹਾਡੀ ਧੀ ਹੈ ਉਹ ਕਿਸੇ ਹੋਰ ਦੇ ਵੰਸ਼ ਨੂੰ, ਜਿੱਥੇ ਉਹ ਵਿਆਹੀ ਜਾਂਦੀ ਹੈ ਤਾਂ ਉਹ ਕਿਸੇ ਹੋਰ ਦੇ ਵੰਸ਼ ਨੂੰ ਅੱਗੇ ਵਧਾਉਂਦੀ ਹੈ। ਆਲਦੋ ਕਿ ਜਿਹੜੀ ਔਰਤ ਹੈ ਬੱਚੇ ਤੋਂ ਲੈ ਕੇ ਮਾਂ ਤੱਕ ਉਹਦੇ ਰੋਲ ਬਦਲਦੇ ਰਹਿੰਦੇ ਆ, ਹੈ ਨਾ ਜੀ। ਜਿਹੜੀ ਬੱਚੀ ਪੈਦਾ ਹੋਈ ਉਹ ਮਤਲਬ ਭੈਣ ਹੋਈ, ਫਿਰ ਉਹ ਵਿਆਹ ਕੇ ਜਾ ਕੇ ਨੂੰਹ ਹੋਈ, ਫਿਰ ਉਹਨੇ ਬੱਚੇ ਦੇ ਫਿਰ ਉਹ ਮਾਂ ਹੋਈ। ਦੇਖੋ ਕਿੰਨੇ ਔਰਤ ਦੇ ਮਤਲਬ ਕਿ ਕਿੰਨੇ ਬਦਲਦੇ ਆ। ਪਰ ਉਸ ਬਜ਼ੁਰਗ ਦਾ ਕਹਿਣਾ ਸੀ ਕਿ ਨੂੰਹ ਹੈ ਜਿਹੜੀ ਹਮੇਸ਼ਾ ਹੀ ਕਹਿੰਦਾ ਉਹ ਆਪਦੀ ਧੀ ਤੋਂ ਉੱਪਰ ਰੱਖਣਾ ਚਾਹੀਦਾ। ਬਿਲਕੁਲ ਸਹੀ ਜੀ, ਮੈਂ ਸਹਿਮਤ ਹਾਂ ਬਿਲਕੁਲ ਤੁਹਾਡੀ ਗੱਲ ਤੋਂ। ਤੇ ਅਸੀਂ ਜੇ ਨੂੰਹ ਖੁਸ਼ ਹੋਏਗੀ, ਤੁਹਾਡਾ ਘਰ ਖੁਸ਼ ਹੋਏਗਾ। ਹਾਂਜੀ। ਤੁਹਾਡਾ ਮੁੰਡਾ ਤੇ ਨੂੰਹ ਜੇ ਖੁਸ਼ ਰਹਿਣਗੇ ਤੇ ਆਉਣ ਵਾਲੇ ਪਰਿਵਾਰ ਤੇ ਇਸ ਦਾ ਅਸਰ ਹੋਏਗਾ। ਬਿਲਕੁਲ ਪੂਰਾ ਪਰਿਵਾਰ ਖੁਸ਼ ਰਹੂਗਾ, ਪੂਰਾ ਪਰਿਵਾਰ। ਔਰ ਪਰਮਪਾਲ ਜੀ ਕਿਹਾ ਜਾਂਦਾ ਹੈ ਜਦ ਦੋ ਹਾਥੀਆਂ ਦੀ ਲੜਾਈ ਹੁੰਦੀ ਹੈ ਨਾ, ਤੇ ਘਾਹ ਰੋਂਦਿਆ ਜਾਂਦਾ ਹੈ। ਜੇ ਮੁੰਡਾ ਤੇ ਕੁੜੀ ਦੀ ਲੜਾਈ ਹੁੰਦੀ ਹੈ ਤੇ ਬੱਚੇ ਬਹੁਤ ਜ਼ਿਆਦਾ ਅਫੈਕਟਡ ਹੁੰਦੇ ਆ ਇਸ ਤੋਂ। ਸਾਰਿਆਂ ਨਾਲੋਂ ਵੱਧ ਬੱਚੇ ਹੀ ਸਫਰ ਕਰਦੇ ਆ ਜੀ, ਜਦੋਂ ਮਤਲਬ ਕਿ ਇਸ ਤਰ੍ਹਾਂ ਦੇ ਪਰਿਵਾਰਕ ਜਿਹੜੇ ਹੈਗੇ ਨਾ ਉਲਝਣਾਂ ਜਿਹੜੀਆਂ ਪੈਦਾ ਹੁੰਦੀਆਂ, ਉਹਦੇ ਵਿੱਚ ਸਾਰਿਆਂ ਨਾਲੋਂ ਵੱਧ ਬੱਚੇ ਕਰਦੇ ਆ। ਠੀਕ ਹੈ ਮੋਨਿਕਾ ਜੀ, ਬਿਲਕੁਲ ਠੀਕ ਤੁਸੀਂ ਦੱਸਿਆ। ਇਹ ਸੀ ਆਪਾਂ ਮਾਂ ਤੇ ਪੁੱਤ ਦਾ, ਧੀ ਦਾ, ਪਿਓ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਬਿਲਕੁਲ ਜੀ। ਜਿਹੜਾ ਕਿ ਕਹਿੰਦੇ ਹੁੰਦੇ ਆ ਕਿ ਉਹ ਦਿਸਦਾ ਨਹੀਂ ਹੁੰਦਾ ਕਿਉਂਕਿ ਪਿਓ ਬਾਹਰ ਚਲਾ ਜਾਂਦਾ ਹੈ। ਉਹ ਜੋ ਘਰ ਦੇ ਵਿੱਚ ਖਰਚਾ ਵਗੈਰਾ ਕਰਨਾ, ਜੋ ਫੂਡ ਵਗੈਰਾ ਦੇਣਾ, ਜੋ ਭੋਜਨ ਦਾ ਪ੍ਰਬੰਧ ਕਰਨਾ, ਉਹ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਪਿਓ ਦੀ ਸਮਝੀ ਜਾਂਦੀ ਸੀ ਤੇ ਹੈ ਵੀ। ਪਰ ਅੱਜ ਕੱਲ੍ਹ ਫੇਰ ਅਜੋਕੇ ਸਮੇਂ ਦੇ ਵਿੱਚ ਕਿਉਂਕਿ ਮਾਵਾਂ ਵੀ ਕਮਾਉਂਦੀਆਂ, ਪਿਓ ਵੀ ਕਮਾਉਂਦੇ ਆ, ਬੱਚੇ ਜਿਹੜੇ ਹੈਗੇ ਉਹ ਸਾਂਝੇ ਤਰੀਕੇ ਨਾਲ ਪਲਦੇ ਆ, ਤਾਂ ਜ਼ਿੰਮੇਵਾਰੀਆਂ ਦਾ ਅਹਿਸਾਸ ਦੋਨਾਂ ਨੂੰ ਹੀ ਹੋ ਗਿਆ। ਉਹ ਜ਼ਿੰਮੇਵਾਰੀਆਂ ਕਰਕੇ ਥੋੜ੍ਹੇ ਕਲੈਸ਼ ਹੋ ਜਾਂਦੇ ਆ। ਤਾਂ ਮੈਂ ਉੱਥੇ ਆ ਰਿਹਾ ਸੀਗਾ ਕਿ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਪਵਿੱਤਰ, ਔਰ ਤੁਸੀਂ ਕਹਿ ਲਓ ਕਿ ਉਸ ਨੂੰ ਵੀ ਬਹੁਤ ਜ਼ਿਆਦਾ ਨਾ ਇਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਉਸ ਜ਼ਿੰਮੇਵਾਰੀ ਦਾ ਅਹਿਸਾਸ ਜਿਹੜਾ ਹੈਗਾ, ਜਿਹੜਾ ਪਤੀ ਤੇ ਪਤਨੀ ਕਰਦੇ, ਮੇਰਾ ਖਿਆਲ ਕੋਈ ਹੋਰ ਰਿਸ਼ਤਾ ਨਹੀਂ ਕਰਦਾ। ਪਰਮਪਾਲ ਜੀ, ਮਾਂ ਔਰ ਬੱਚੇ ਦਾ ਰਿਸ਼ਤਾ ਬਹੁਤ ਖਾਲਿਸ ਹੁੰਦਾ ਹੈ ਜੀ, ਪਰ ਪਤੀ ਪਤਨੀ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੁੰਦਾ ਹੈ ਜੋ ਤੁਸੀਂ ਆਪ ਚੁਣਿਆ ਹੁੰਦਾ ਹੈ। ਜੀ ਬਿਲਕੁਲ ਬਿਲਕੁਲ। ਔਰ ਉਹ ਇੱਕ ਐਸਾ ਰਿਸ਼ਤਾ ਹੁੰਦਾ ਹੈ ਜੋ ਤੁਸੀਂ ਉਮਰ ਭਰ ਨਿਭਾਉਣਾ ਹੁੰਦਾ ਹੈ। ਇੱਕ ਗੱਲ ਹੁੰਦੀ ਹੈ ਜੀ ਪੇ ਫਾਰਵਰਡ। ਜੀ ਪੇ ਫਾਰਵਰਡ ਹੈ ਕਿ ਤੁਹਾਡੇ ਨਾਲ ਕਿਸੇ ਨੇ ਭਲਾ ਕੀਤਾ, ਤੁਸੀਂ ਉਹਨੂੰ ਵਾਪਸ ਨਹੀਂ ਕਰਦੇ, ਤੁਸੀਂ ਅਗਲੀ ਜਨਰੇਸ਼ਨ ਨੂੰ ਵਾਪਸ ਕਰਦੇ ਹੋ। ਬਿਲਕੁਲ ਬਿਲਕੁਲ। ਮਾਂ ਨੇ ਤੁਹਾਨੂੰ ਪਿਆਰ ਦਿੱਤਾ ਹੈ, ਤੁਹਾਡੇ ਜਿਹੜੇ ਫਾਦਰ ਹੈ ਉਹਨਾਂ ਨੇ ਪਿਆਰ ਦਿੱਤਾ ਹੈ, ਪਰਿਵਾਰ ਨੂੰ ਅੱਗੇ ਵਧਾਇਆ, ਪਰ ਤੁਹਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਹਸਬੈਂਡ ਵਾਈਫ, ਪਤੀ ਤੇ ਪਤਨੀ ਪੇ ਫਾਰਵਰਡ ਕਰਕੇ ਆਪਣੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਵਣ। ਤੇ ਸਭ ਤੋਂ ਜ਼ਿਆਦਾ ਜਿਹੜੀ ਨੀਂਹ ਹੈ ਨਾ ਜੀ ਪਤੀ ਪਤਨੀ ਦੇ ਰਿਸ਼ਤੇ ਦੀ, ਆਪਾਂ ਬਹੁਤ ਗੱਲਾਂ ਸੁਣੀਆਂ ਕਿ ਗੱਡੀ ਦੇ ਦੋ ਪਹੀਏ ਹੁੰਦੇ ਆ, ਇਹਨਾਂ ਤੋਂ ਬਗੈਰ ਜੇ ਇਹਨਾਂ ਤੇ ਤਾਲਮੇਲ ਨਾ ਹੋਵੇ ਤਾਂ ਘਰ ਗ੍ਰਸਤੀ ਰੁਕ ਜਾਂਦੀ। ਬਿਲਕੁਲ ਸਹੀ ਗੱਲਾਂ ਹੈ, ਬਿਲਕੁਲ ਸਹੀ। ਹਾਲਾਂਕਿ ਆਪਾਂ ਕਹਿੰਦੇ ਕਿ ਵੈਰੀ ਕਲੀਸ਼ੇਡ ਸੇਇੰਗ, ਕਿਸੇ ਪਿੱਟੀਆਂ ਗੱਲਾਂ ਹੈ, ਪਰ ਜੇ ਅਸੀਂ ਦੇਖੀਏ ਸਾਡੇ ਸਿਆਣਿਆਂ ਨੇ
ਬਹੁਤ ਅੱਛੀ ਤਰ੍ਹਾਂ ਇਹ ਗੱਲਾਂ ਸਾਨੂੰ ਸਮਝਾਈਆਂ ਕਿ ਜੀ। ਦੋਨਾਂ ਦੇ ਸਿਰ ਤੇ ਜ਼ਿੰਮੇਵਾਰੀਆਂ ਹੁੰਦੀਆਂ ਔਰ ਇਹ ਰਿਸ਼ਤਾ ਪਰਮਪਾਲ ਜੀ ਆਪਣੇ ਉੱਪਰ ਹੈ। ਤੁਸੀਂ ਇਹਨੂੰ ਪਿੰਜਰਾ ਬਣਾ ਲਓ, ਤੁਸੀਂ ਜੀ। ਇਹਨੂੰ ਮਹਿਲ ਬਣਾ ਲਓ। ਮੈਂ ਇਸੇ ਤਰੀਕੇ ਨਾਲ ਮੈਂ ਦੂਸਰੇ ਲਫ਼ਜ਼ਾਂ ਵਿੱਚ ਇਹ ਕਹੂੰਗਾ ਮੋਨਿਕਾ ਜੀ ਕਿ ਇਹ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈ ਨਾ, ਇਹ ਇੱਕ ਜਿਵੇਂ ਆਪਾਂ ਕਹਿ ਲਓ ਕਿ ਧਰਮ ਪਤੀ ਤੇ ਧਰਮ ਪਤਨੀ ਦਾ ਰਿਸ਼ਤਾ ਹੈ। ਦੇਖੋ ਇਹ ਰਿਸ਼ਤਾ ਖੂਨ ਦਾ ਰਿਸ਼ਤਾ ਨਹੀਂ ਹੈ, ਹਾਂਜੀ, ਪਰ ਖੂਨ ਦੇ ਸਾਰੇ ਹੀ ਰਿਸ਼ਤੇ ਇੱਥੋਂ ਪੈਦਾ ਹੁੰਦੇ ਆ। ਬਿਲਕੁਲ ਸਹੀ ਕਿਹਾ। ਪਤੀ ਤੇ ਪਤਨੀ ਇਹ ਸਾਰਿਆਂ ਨਾਲੋਂ ਵੱਧ ਰਿਸ਼ਤੇ ਦੇ ਵਿੱਚ ਰਹਿੰਦੇ ਆ। ਤੁਸੀਂ ਜੇ ਹੋਰ ਰਿਸ਼ਤੇ ਲਾਏ ਜਾਣ, ਸਾਡੀ ਮਾਂ ਤੇ ਪਿਓ ਹੈ, ਕਿਸੇ ਟਾਈਮ ਵੀ ਜਦੋਂ ਅਸੀਂ ਵਿਆਹੇ ਗਏ ਉਹ ਚਲੇ ਗਏ, ਲੇਕਿਨ ਇਹਨਾਂ ਦੇ ਨਾਲ ਮੈਂ ਉਹ ਦੇਖਿਆ ਹੈਗਾ ਵੀ 골ਡਨ ਜੁਬਲੀ ਮਨਾਉਂਦੇ ਪਤੀ ਪਤਨੀ, ਤੇ ਉਸ ਤੋਂ ਬਾਅਦ ਵੀ 60 ਸਾਲ ਤੱਕ ਦੀ ਉਮਰ ਤੱਕ ਇਹਨਾਂ ਦੇ ਨਾਲ। ਫਿਰ ਉਸ ਉਮਰ ਦੇ ਦਰਮਿਆਨ ਪਤੀ ਤੇ ਪਤਨੀ ਪਤਾ ਹੀ ਨਹੀਂ, ਮਤਲਬ ਕਿ ਕਹਿ ਲਓ ਕਿ ਉਹਦਾ ਅੰਤ ਹੀ ਨਹੀਂ ਕਿ ਕਿੰਨੇ ਉਹ ਪਤਝੜ ਤੇ ਬਸੰਤ ਤੇ ਕਿੰਨੇ ਰੁੱਤਾਂ ਦੇਖਦੇ ਨੇ, ਉਹ ਕਿੰਨਾ ਉਹਨਾਂ ਦੇ ਔਕੜਾਂ ਆਉਂਦੀਆਂ, ਕਿੰਨਾ ਉਹਨਾਂ ਦੇ ਪਰਿਵਾਰ ਤੇ ਔਕੜਾਂ ਆਉਂਦੀਆਂ, ਕਿੰਨਾ ਉਹਨਾਂ ਦੇ ਮਾਂ-ਪਿਓ ਤੇ ਆਉਂਦੀਆਂ, ਕਿੰਨੀਆਂ ਉਹਨਾਂ ਦੇ ਭੈਣ ਭਰਾਵਾਂ। ਲੇਕਿਨ ਜੇ ਉਹ ਪਤੀ ਤੇ ਪਤਨੀਆਂ ਉਹ ਇਕੱਠੇ ਹੋ ਕੇ ਜਾਂਦੇ ਆ। ਤੁਸੀਂ ਲਫ਼ਜ਼ ਕਿਹਾ ਧਰਮ ਪਤਨੀ, ਧਰਮ ਪਤੀ। ਬਿਲਕੁਲ ਜੀ। ਜਦ ਕੋਈ ਸ਼ਾਦੀ ਦੇ ਬੰਧਨ ਵਿੱਚ ਬੰਦਾ ਹੈ ਜੀ, ਤੁਸੀਂ ਰੱਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਇਹ ਰਿਸ਼ਤਾ ਕਬੂਲਦੇ ਹੋ। ਇਹ ਰਿਸ਼ਤਾ ਇੱਕ ਕੰਟਰੈਕਟ ਹੈ ਪਰਮਪਾਲ ਜੀ, ਔਰ ਪਤਾ ਹੈ ਸਭ ਨੂੰ ਸੌਖਾ ਨਹੀਂ ਹੈ ਰਸਤਾ। ਹਾਂਜੀ, ਔਖਾ ਹੋਵੇਗਾ ਤਾਂ ਹੀ ਤੁਸੀਂ ਰੱਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਿਸੇ ਵੀ ਤਰੀਕੇ ਨਾਲ ਤੁਸੀਂ ਬੰਧਨ ਚ ਬੰਦੇ ਹੋ। ਸਾਰੇ ਤੁਹਾਡੇ ਰਿਸ਼ਤੇਦਾਰ, ਸੁਸਾਇਟੀ ਨਾਲ ਹੁੰਦੀ ਹੈ, ਸਭ ਤੁਹਾਡੇ ਨਾਲ ਉਹ ਵਿਟਨੈਸ ਕਰਦੇ ਆ ਤੁਹਾਡਾ ਮੂਮੈਂਟ ਕਿ ਤੁਸੀਂ ਇਸ ਬੰਧਨ ਵਿੱਚ ਬੰਧ ਰਹੇ ਹੋ, ਤੇ ਤੁਹਾਨੂੰ ਸੁਸਾਇਟੀ ਮਦਦ ਕਰੇਗੀ ਕਿ ਤੁਸੀਂ ਇਸ ਰਿਸ਼ਤੇ ਨੂੰ ਨਿਭਾ ਸਕੋ। ਬਿਲਕੁਲ ਮੁਨਕਾ ਜੀ। ਦੇਖੋ ਇਹ ਜਿਹੜਾ ਰਿਸ਼ਤਾ, ਜਿਵੇਂ ਤੁਸੀਂ ਕਹਿੰਦੇ ਕਿ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ, ਮਾਲਕ ਉਸ ਨੂੰ, ਉਸ ਕੁਦਰਤ ਨੂੰ ਅਸੀਂ ਹਾਜ਼ਰ ਨਾਜ਼ਰ ਸਮਝ ਕੇ ਇਹ ਰਿਸ਼ਤਾ ਬਣਾਉਣੇ ਆ। ਹਾਂਜੀ, ਤਾਂ ਇਸ ਦੇ ਰਿਸ਼ਤੇ ਦੇ ਨਾਰਮਸ ਵੀ ਹੈ ਕੁਝ, ਕਿਉਂਕਿ ਇਹ ਜਿਹੜਾ ਰਿਸ਼ਤਾ ਹੈ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਇੱਕੋ ਇੱਕ ਰਿਸ਼ਤਾ ਕਿ ਜਿਹੜਾ ਤੁਸੀਂ ਆਪ ਚੁਣ ਸਕਦੇ। ਤੇ ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਦੇਖੋ ਵੀ ਅਸੀਂ ਜਿਹੜੀ ਮਾਂ ਦੇ ਘਰੇ ਅਸੀਂ ਪੈਦਾ ਹੋਏ, ਮਾਂ ਨੂੰ ਤਾਂ ਅਧਿਕਾਰ ਹੈ ਕਿ ਤੁਹਾਨੂੰ ਜਨਮ ਦੇਵੇ ਨਾ ਦੇਵੇ ਜਾਂ ਕਿਸ ਤਰੀਕੇ ਨਾਲ ਵੀ ਚੱਲੇ, ਲੇਕਿਨ ਤੁਹਾਡਾ ਕੋਈ ਇਖਤਿਆਰ ਨਹੀਂ ਹੈ। ਉਸ ਮਾਂ ਦਾ ਰਿਸ਼ਤਾ ਵੀ ਇੱਕ ਤਰਫ ਹੋ ਗਿਆ ਜਿਸ ਨੇ ਤੁਹਾਨੂੰ ਦਿੱਤਾ, ਲੇਕਿਨ ਹੋਰ ਭੈਣ ਭਰਾ ਉੱਥੇ ਵੀ ਤੁਹਾਡਾ ਕੋਈ ਇਖਤਿਆਰ ਨਹੀਂ। ਤੁਹਾਡੇ ਭੈਣ ਭਰਾ ਉਸ ਮਾਲਕ ਨੇ ਦਿੱਤੇ ਆ, ਭੈਣ ਭਰਾ ਬਣ ਗਏ, ਠੀਕ ਹੈ, ਲੇਕਿਨ ਇਸ ਰਿਸ਼ਤੇ ਵਿੱਚ ਉਸ ਮਾਲਕ ਨੇ, ਉਸ ਪਰਮਾਤਮਾ ਨੇ ਤੁਹਾਨੂੰ ਚੁਆਇਸ ਦਿੱਤੀ ਹੈ, ਤੁਹਾਨੂੰ ਇਹ ਦਿੱਤਾ ਹੈ ਕਿ ਤੁਸੀਂ ਇੱਕ ਦੂਜੇ ਨੂੰ ਚੁਣਨਾ, ਇੱਕੋ ਇੱਕ ਰਿਸ਼ਤਾ। ਬਿਲਕੁਲ। ਔਰ ਹੈ ਨਾ ਜੀ, ਕਿ ਹੋਰ ਵੀ ਹੈ ਕੋਈ ਹੋਰ ਤੁਹਾਡੀ ਦੋਸਤੀ ਹੋ ਗਈ, ਹੋਰ ਤੁਹਾਡੇ ਹੋਰ ਰਿਸ਼ਤੇਦਾਰ ਹੋ ਗਏ, ਪਰ ਪਰਮਪਾਲ ਜੀ ਇੱਥੇ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਨੀ ਚਾਹਾਂਗੀ ਆਪਣੇ ਸੁਣਨ ਵਾਲਿਆਂ ਨਾਲ ਜੀ। ਪਰਮਪਾਲ ਜੀ, ਜੇ ਸ਼ਾਦੀ ਦਾ ਵੇਲਾ ਆਉਂਦਾ ਹੈ ਨਾ, ਤੇ ਇੱਕ ਤਾਂ ਇਨਸਾਨ ਹੁੰਦੇ ਜਿਨ੍ਹਾਂ ਨੂੰ ਬਿਲਕੁਲ ਪਤਾ ਹੁੰਦਾ ਹੈ ਕਿ ਸਾਨੂੰ ਆਪਣਾ ਜੀਵਨ ਸਾਥੀ ਇਸ ਤਰ੍ਹਾਂ ਦਾ ਚਾਹੀਦਾ ਹੈ। ਤੁਹਾਡੇ ਖਾਕਾ ਹੁੰਦਾ ਪੂਰਾ ਕਿ ਦਿਸ ਇਜ਼ ਮਿਸਟਰ ਰਾਈਟ ਔਰ ਮਿਸ ਰਾਈਟ, ਠੀਕ ਹੈ ਜੀ। ਤੇ ਉਸ ਤਰ੍ਹਾਂ ਦਾ ਇਨਸਾਨ ਲੱਭਦੇ ਆ ਜੋ ਉਸ ਪੈਰਾਮੀਟਰ 'ਚ ਫਿੱਟ ਹੋ ਸਕੇ। ਬਿਲਕੁਲ ਜੀ। ਦੂਸਰੇ ਇਨਸਾਨ ਕੀ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਨੂੰ ਕੀ ਚਾਹੀਦਾ। ਉਹ ਕਹਿੰਦੇ ਜੀ ਅਸੀਂ ਮਾਪਿਓ ਤੇ ਛੱਡਤਾ, ਕੋਈ ਵੀ ਤੁਸੀਂ ਸਾਡੀ ਸ਼ਾਦੀ ਕਰ ਦਿਓ, ਠੀਕ ਹੈ, ਜਾਂ ਜੋ ਵੀ ਤੁਹਾਨੂੰ ਮਿਲ ਗਿਆ ਬੰਦਾ ਐਕਸੈਪਟ ਕਰ ਲਿਆ, ਉਹ ਤੁਸੀਂ ਉਹ ਮਾਲਕ ਦਾ ਮਤਲਬ ਪ੍ਰਸ਼ਾਦ ਸਮਝ ਕੇ ਐਕਸੈਪਟ ਕਰ ਲੈਂਦੇ ਹੋ। ਹੁਣ ਇੱਥੇ ਗੱਲ ਹੋਰ ਆਉਂਦੀ ਹੈ ਪਰਮਪਾਲ ਜੀ, ਦੋ ਹੁਣ ਇੱਥੇ ਸਿਚੁਏਸ਼ਨਸ ਹੋ ਜਾਂਦੀ ਹੈ। ਇੱਕ ਤਾਂ ਤੁਹਾਡੀ ਕਿਸਮਤ ਚੰਗੀ ਹੈ ਕਿ ਤੁਹਾਨੂੰ ਜੀਵਨ ਸਾਥੀ ਐਸਾ ਮਿਲ ਗਿਆ ਜਿਸਦੀ ਤੁਹਾਨੂੰ ਖੁਆਇਸ਼ ਸੀਗੀ, ਹਾਲਾਂਕਿ ਤੁਹਾਨੂੰ ਨਹੀਂ ਪਤਾ, ਤੁਹਾਡੀ ਲਾਟਰੀ ਨਿਕਲ ਗਈ, ਕੱਲ ਤੁਹਾਡੀ ਲਾਟਰੀ ਨਿਕਲ ਗਈ ਹੈ ਨਾ। ਦੂਸਰੀ ਸਿਚੁਏਸ਼ਨ ਇਹ ਆਉਂਦੀ ਹੈ ਪਰਮਪਾਲ ਜੀ, ਜਦ ਤੁਹਾਨੂੰ ਤੁਸੀਂ ਉਸ ਇਨਸਾਨ ਨਾਲ ਰਹਿੰਦੇ ਹੋ, ਤੁਹਾਨੂੰ ਲੱਗਦਾ ਹੈ ਇਹ ਨਹੀਂ ਮੈਨੂੰ ਚਾਹੀਦਾ ਸੀਗਾ। ਅੱਛਾ। ਤੇ ਉਸ ਟਾਈਮ ਤੁਹਾਨੂੰ ਯਾਦ ਹੈ ਪੁਰਾਣੇ ਜ਼ਮਾਨੇ 'ਚ ਟੈਲੀਵਿਜ਼ਨ ਨਾ, ਜੇ ਐਂਟੀਨਾ ਹਿਲ ਜਾਂਦਾ ਸੀਗਾ ਤੇ ਪਿਕਚਰ ਖਰਾਬ ਹੋ ਜਾਂਦੀ ਸੀ। ਤੇ ਉਸ ਵੇਲੇ ਲੋਕ ਕੀ ਕਰਦੇ ਸੀ ਵੀ, ਕਈ ਲੋਕ ਤਾਂ ਕਹਿੰਦੇ ਸਾਊਂਡ ਤਾਂ ਆ ਰਿਹਾ ਨਾ, ਦੇਖੀ ਜਾਓ, ਕੋਈ ਨਹੀਂ ਸੁਣ ਰਿਹਾ ਸਾਨੂੰ, ਹਨਾ। ਕਈ ਕਹਿੰਦੇ ਸੀ ਜਾ ਕੇ ਐਂਟੀਨਾ ਕਮਾਓ। ਬਿਲਕੁਲ ਠੀਕ ਹੈ। ਕਈ ਕੀ ਕਰਦੇ ਸੀ, ਟੀਵੀ ਬੰਦ ਕਰਦੇ ਸੀ ਕਿ ਸਾਡੇ ਤੋਂ ਨਹੀਂ ਬਰਦਾਸ਼ਤ ਹੁੰਦਾ ਹੈ। ਕੋਈ ਸਿਚੁਏਸ਼ਨ ਇਨਸਾਨ ਦੀ ਹੋ ਜਾਂਦੀ ਹੈ ਕਿ ਜੇ ਤੁਸੀਂ ਉਸ ਜੀਵਨ ਸਾਥੀ ਨਾਲ ਬੰਧ ਗਏ ਹੋ ਬੰਧਨ ਵਿੱਚ, ਤੁਹਾਨੂੰ ਹੁਣ ਪਤਾ ਚੱਲਿਆ ਕਿ ਮੈਨੂੰ ਇਹ ਇਨਸਾਨ ਨਹੀਂ ਚਾਹੀਦਾ ਸੀਗਾ, ਫਿਰ ਤੁਸੀਂ ਨਿਭਾਉਂਦੇ ਰਹਿੰਦੇ ਹੋ, ਜਾਂ ਤੁਸੀਂ ਨਹੀਂ ਨਿਭਾ ਸਕਦੇ, ਜਾਂ ਤੁਸੀਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ, ਦੂਸਰੇ ਇਨਸਾਨ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ। ਜ਼ਿਆਦਾਤਰ ਮਸਲੇ ਐਸੀ ਸਿਚੁਏਸ਼ਨ 'ਚ ਆਉਂਦੇ ਆ ਜੀ। ਮੈਂ ਬਿਲਕੁਲ, ਮੇਰਾ ਜਿਹੜਾ ਤਜਰਬਾ ਹੈ ਨਾ ਮੁਨਕਾ ਜੀ, ਇਹ ਜਦੋਂ ਸਥਿਤੀ ਆਉਂਦੀ ਹੈ ਨਾ, ਉਹ ਜਿਸ ਸਮੇਂ ਆਉਂਦੀ ਹੈ, ਜੇ ਤੁਸੀਂ ਉਹ ਸਮਾਂ ਸਾਲ 2 ਸਾਲ
ਕਿਸੇ ਵੀ ਆਪਦੇ ਮਾਪਿਓ ਦੀਆਂ, ਕਿਸੇ ਦੋਸਤ ਦੀਆਂ, ਸਹੇਲੀ ਦੇ ਬਾਰੇ, ਮਤਲਬ ਉਹ ਤੁਹਾਨੂੰ ਰਾਇ ਦੇ ਕੇ ਉਹ ਸਾਲ 2 ਸਾਲ ਕੱਢ ਲਓ ਨਾ ਤੁਸੀਂ, ਤਾਂ ਉਸ ਤੋਂ ਬਾਅਦ ਉਹ ਮਸਲੇ ਖਤਮ ਹੋ ਕੇ ਹੋਰ ਜ਼ਿੰਮੇਵਾਰੀਆਂ ਪੈ ਜਾਂਦੀਆਂ ਤੇ ਤੁਹਾਡੇ ਉਹ ਸਾਰੇ ਮਸਲੇ ਖਤਮ ਹੋ ਜਾਂਦੇ ਆ। ਮੇਰਾ ਆਪਦਾ ਤਜਰਬਾ ਹੈ ਕਿ ਹਰ ਇੱਕ ਮਸਲੇ ਨੂੰ ਟਾਈਮ ਦਿਓ, ਵਕਤ ਦਿਓ, ਉਹ ਆਪਣੇ ਆਪ ਹੀ ਸੁਲਝ ਜਾਂਦਾ। ਲੇਕਿਨ ਮੈਂ ਇਹ ਵੀ ਨਹੀਂ ਕਹਿੰਦਾ ਕਿ ਉਹ ਆਪਦੇ ਆਪ ਤੇ ਟੌਰਚਰ ਕਰੋ। ਤੁਸੀਂ ਉਹ ਮੈਨੂੰ ਗੌਤਮ ਬੁੱਧ ਦੀ ਕਹਾਣੀ ਯਾਦ ਦਿਲਵਾਤੀ ਮੈਨੂੰ। ਸਭ ਨੂੰ ਦੱਸੋ। ਪਤਾ ਹੀ ਹੋਣੀ ਹੈ ਕਿ ਇੱਕ ਵਾਰ ਗੌਤਮ ਬੁੱਧ ਨੇ ਕਿਹਾ ਆਪਣੇ ਸ਼ਿਸ਼ੇ ਨੂੰ ਕਿ ਤੁਸੀਂ ਜਾ ਕੇ ਪਾਣੀ ਲੈ ਕੇ ਆਓ ਨਦੀ ਤੋਂ ਮੇਰੇ ਲਈ। ਹਾਂਜੀ। ਉਹ ਸ਼ਿਸ਼ੇ ਗਿਆ, ਜਾ ਕੇ ਪਾਣੀ ਲੈ ਕੇ ਆ ਗਿਆ। ਉਸ 'ਚ ਬਹੁਤ ਮਿੱਟੀ ਸੀ ਪਰਮਪਾਲ ਜੀ, ਪਾਣੀ ਗੰਦਾ ਸੀਗਾ। ਤੇ ਸ਼ਿਸ਼ੇ ਨੇ ਕਿਹਾ ਮੈਂ ਕੀ ਕਰਾਂ, ਤੇ ਇਹਨੂੰ ਸਲਾਹ ਦਿੱਤੀ ਗਈ ਕਿ ਇਹਨੂੰ ਜਿਹੜਾ ਗਲਾਸ ਹੈ ਜਾਂ ਜੋ ਵੀ ਉਹਨਾਂ ਨੇ ਯੂਜ਼ ਕੀਤਾ ਹੋਣਾ ਉਹਨੂੰ ਪਾਸੇ ਰੱਖ ਦਿਓ ਕੁਝ ਘੰਟੇ ਲਈ ਜੀ। 2-3 ਘੰਟੇ ਬਾਅਦ ਜੀ ਉਹ ਜਿਹੜੀ ਮਿੱਟੀ ਹੈ ਉਹ ਥੱਲੇ ਬੈਠ ਗਈ, ਉੱਪਰ ਸਾਫ਼ ਪਾਣੀ ਆ ਗਿਆ। ਹਾਂਜੀ। ਉਹੀ ਗੱਲ ਤੁਸੀਂ ਕਹਿ ਰਹੇ ਹੋ ਵੀ ਜੇ ਤੁਸੀਂ ਵਕਤ ਦਿਓ ਕਿਸੇ ਚੀਜ਼ ਨੂੰ ਤੇ ਉਹ ਕਈ ਵਾਰ ਆਪਣੇ ਆਪ ਸੋਲਵ ਹੋ ਜਾਂਦੀ ਹੈ, ਆਪਣੇ ਆਪ ਜੀ। ਮੇਰਾ ਇਹ ਮਤਲਬ ਮੇਰਾ ਖਿਆਲ ਵੀ ਮੈਨੂੰ 90% 90% ਨਾ ਕੇਸਾਂ ਦੇ ਵਿੱਚ ਮੈਂ ਇਹ ਦੇਖਿਆ, ਔਰ ਖੁਦ ਵੀ ਮੈਂ ਕੋਸ਼ਿਸ਼ ਕਰਕੇ ਇਹ ਕੀਤਾ, ਪਰ ਕਈ ਵਾਰੀ 10% ਇਹੋ ਜਿਹਾ ਕਿ ਮੈਂ ਨਾ ਮਾਨੋ ਵਾਲੀ ਗੱਲ ਹੋ ਜਾਂਦੀ ਹੈ, ਤਾਂ ਫਿਰ ਉੱਥੇ ਫਿਰ ਸਥਿਤੀ ਨੂੰ ਹੱਥ ਖੜੇ ਕਰਕੇ ਪਾਸੇ ਚਲੇ ਜਾਈਦਾ ਵੀ ਕੋਈ ਨਹੀਂ, ਤੁਸੀਂ ਆਪ ਹੀ ਇਹਨੂੰ ਭਾਈ ਸੋਲਵ ਕਰੋ। ਔਰ ਇੱਥੇ ਮੈਂ ਇੱਕ ਗੱਲ ਹੋਰ ਜਿਹੜੀ ਸੀ ਬਹੁਤ ਆਪਣੇ ਮਾਸ਼ਰੇ ਵਿੱਚ ਸੁਣੀ ਹੈ, ਦੇਖੀ ਹੈ। ਹਾਂਜੀ। 2 ਇਨਸਾਨ ਜਿਹੜੇ ਜੀ ਆਪਸ 'ਚ ਲੜਦੇ ਆ ਨਾ, ਕਿ ਤੁਸੀਂ ਜਾ ਕੇ ਕਿਸੇ ਤੀਸਰੇ ਨਾਲ ਉਹ ਗੱਲ ਸਾਂਝੀ ਕਰਦੇ ਹੋ ਜੀ, ਜ਼ਿਆਦਾ ਤੁਹਾਨੂੰ ਮੁਸੀਬਤ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਸ਼ੁਰੂ, ਕਿਉਂਕਿ ਜੋ ਤੁਹਾਨੂੰ ਸਲਾਹਕਾਰ ਤੁਹਾਡੇ ਹੁੰਦੇ ਆ, ਹਾਂਜੀ, ਉਹ ਤੁਹਾਨੂੰ ਕਿਸ ਤਰ੍ਹਾਂ ਦੀ ਸਲਾਹ ਦਿੰਦੇ ਆ, ਤੁਸੀਂ ਕਿਸ ਤਰ੍ਹਾਂ ਦਾ ਅਮਲ ਕਰਦੇ ਹੋ, ਉਹ ਕਹਿੰਦੇ ਕਿ ਫਿਰ ਈਗੋ ਵਿੱਚ ਆ ਜਾਂਦੀ ਹੈ। ਈਗੋ ਆ ਜਾਂਦੀ ਹੈ ਤੇ ਤੁਸੀਂ ਚਾਹੁੰਦੇ ਹੋਏ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਤੁਹਾਡੇ ਮਨ 'ਚ ਹੁੰਦਾ ਇੰਨੀ ਵੱਡੀ ਗੱਲ ਸੀ ਨਹੀਂ ਜਿੰਨੀ ਹੋ ਗਈ। ਤੇ ਮੈਨੂੰ ਪਰਮਪਾਲ ਜੀ ਇੱਕ ਗੱਲ ਯਾਦ ਆ ਰਹੀ ਹੈ। ਇੱਕ ਵਾਰ ਮੈਂ ਇੱਕ ਖਬਰ ਪੜ੍ਹੀ ਸੀ ਕਿ 2 ਇਨਸਾਨ ਡਿਵੋਰਸ ਕੋਰਟ ਵਿੱਚ ਪਹੁੰਚ ਗਏ, ਡਿਵੋਰਸ ਕੋਰਟ ਦੇ ਵਿੱਚ ਪਹੁੰਚ ਗਏ ਤੇ ਉਹਨਾਂ ਨੂੰ ਜੱਜ ਨੇ ਕਿਹਾ ਕਿ ਤੁਸੀਂ ਜਾ ਕੇ ਨਾ ਇੱਕ ਫਲਾਨੀ ਪਿਕਚਰ ਦੇਖੋ। ਆਈ ਥਿੰਕ ਪਿਆਰ ਝੁਕਤਾ ਨਹੀਂ ਸੀਗੀ ਤਦ ਪਦਮਨੀ ਕੋਲਾਪੁਰੀ ਮਿਥੁਨ ਚੱਕਰਵਰਤੀ ਦੀ ਆਈ ਸੀ, ਇਫ ਆਈ ਐਮ ਨਾਟ ਰੋਂਗ ਜੀ। ਉਹਨਾਂ ਨੇ ਕਿਹਾ ਤੁਸੀਂ ਜਾ ਕੇ ਇਹ ਪਿਕਚਰ ਦੇਖੋ, ਫਿਰ ਦੁਬਾਰਾ ਮੁੜ ਕੇ ਮੇਰੇ ਕੋਲ ਆਇਓ ਜੀ। ਔਰ ਖਬਰ ਇਹ ਹੈ ਕਿ ਪਿਕਚਰ ਦੇਖਣ ਤੋਂ ਬਾਅਦ ਉਹ ਜੋੜਾ ਉਹਨਾਂ ਨੇ ਰੀਥਿੰਕ ਕੀਤਾ ਆਪਣਾ ਡਿਸੀਜਨ, ਕਿਉਂਕਿ ਮਸਲਾ ਇੰਨਾ ਹੁੰਦਾ ਨਹੀਂ ਜਿੰਨਾ ਵਿਗੜ ਜਾਂਦਾ, ਜਿੰਨਾ ਆਸ-ਪਾਸ ਵਾਲੇ ਲੋਕ ਤੁਹਾਨੂੰ ਸਲਾਹਾਂ ਦਿੰਦੇ ਆ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡੇ ਵਿੱਚ ਪਿਆਰ ਦੀ ਇੱਕ ਕੜੀ ਵੀ ਮੌਜੂਦ ਹੈ। ਐਗਜ਼ੈਕਟਲੀ, ਬਿਲਕੁਲ ਠੀਕ ਹੈ। ਦੇਖੋ, ਜਦੋਂ ਅਸੀਂ ਕਿਸੇ ਨੂੰ ਆਪਦਾ ਮਸਲਾ ਦੱਸਦੇ ਹਾਂ ਨਾ, ਤਾਂ ਉਹ ਜਿਹੜਾ ਤੁਸੀਂ ਕਿਹਾ, ਕਿਉਂਕਿ ਤੁਸੀਂ ਆਪਦੇ ਮੁਤਾਬਕ ਕਹਿਣਾ, ਜਿਹੜਾ ਦੂਜਾ ਤੁਹਾਡਾ ਸਾਥੀ ਆ ਉਹਨੇ ਆਪਦੇ ਮੁਤਾਬਕ ਕਹਿਣਾ, ਤਾਂ ਜਿਹੜਾ ਉਹ ਸੁਣਨ ਵਾਲਾ ਬੰਦਾ ਉਹ ਸਿਰਫ ਸੁਣੀ ਸੁਣਾਈ ਗੱਲ ਦੇ ਉੱਤੇ ਆਪਣਾ ਦੇਗਾ ਜੀ, ਤੁਹਾਨੂੰ ਸਲਾਹ ਦਊਗਾ ਤੁਹਾਨੂੰ। ਉਹ ਸਲਾਹ ਕਿਸੇ ਵੀ ਪਾਸੇ ਜਾ ਸਕਦੀ ਹੈ ਨਾ ਜੀ। ਉਹ ਇਹੀ ਨਿਰਭਰ ਕਰਦਾ ਕਿ ਤੁਸੀਂ ਉਸ ਚੀਜ਼ ਨੂੰ ਕਿਵੇਂ ਦੱਸ ਰਹੇ ਹੋ। ਪਰ ਜਿਹੜੀਆਂ ਸਥਿਤੀਆਂ ਹੁੰਦੀਆਂ ਉਹ ਤੁਹਾਨੂੰ ਹੀ ਪਤਾ ਹੈ ਕਿ ਕਿਸ ਸਥਿਤੀ ਵਿੱਚ ਕਿਸ ਗੱਲ ਤੇ ਹੋਈ ਹੈ, ਕਿਸ ਗੱਲ ਤੇ ਲੜਾਈ ਹੋਈ ਹੈ, ਤੇ ਉਸ ਤੋਂ ਬਾਅਦ ਵੱਧਦੀ ਕਿੱਥੇ ਪਹੁੰਚ ਗਈ ਹੈ ਨਾ ਜੀ। ਜੇ ਉਹ ਸਥਿਤੀ ਉੱਥੇ ਹੀ ਕੰਟਰੋਲ ਕਰ ਲਈ ਜਾਵੇ, ਆਪ ਹੀ ਕੰਟਰੋਲ ਕਰ ਲਈ ਜਾਵੇ, ਤਾਂ ਮੇਰਾ ਖਿਆਲ ਮਸਲੇ ਅੱਗੇ ਵਧਦੇ ਨੇ। ਬਿਲਕੁਲ ਜੀ। ਔਰ ਗੱਲ ਇੱਥੇ ਆ ਜਾਂਦੀ ਹੈ ਕਿ ਕਈ ਵਾਰ ਤੁਹਾਡਾ ਜਿਹੜਾ ਬਿਹੇਵੀਅਰ ਹੈ ਨਾ, ਹਾਂਜੀ, ਤੁਹਾਡੀ ਇੰਟੈਲੈਕਚੁਅਲ ਮੈਚੁਰਿਟੀ ਜਿਹੜੀ ਹੈ, ਹਾਂਜੀ, ਉੱਥੇ ਉਹ ਕਾਫੀ ਜ਼ਿਆਦਾ, ਹਾਂਜੀ, ਇਸ ਮਸਲੇ ਵਿੱਚ ਉਹਦਾ ਰੋਲ ਹੁੰਦਾ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਥੋੜੀ ਜਿਹੀ ਸ਼ਾਂਤੀ ਕਰ ਲਓ, ਮਸਲੇ ਨੂੰ ਟਲਣ ਦਿਓ ਤੇ ਮਸਲਾ ਠੀਕ ਹੋ ਜਾਂਦਾ ਹੈ। ਤੇ ਇੱਕ ਗੱਲ ਪਰਮਪਾਲ ਜੀ ਹੋਰ ਆਉਂਦੀ ਹੈ ਸਾਹਮਣੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਸਾਥੀ ਜੋ ਸਾਡੀ ਗੱਲਾਂ ਉਹਨੂੰ ਮੰਨੇ, ਸਾਡੇ ਵਰਗਾ ਹੋਵੇ। ਮੈਂ ਇੱਥੇ ਕਹਿਣਾ ਚਾਹਾਂਗੀ ਕਿ ਇੱਕ ਦੂਜੇ ਜੈਸਾ ਹੋਣਾ ਜ਼ਰੂਰੀ ਨਹੀਂ ਹੁੰਦਾ, ਇੱਕ ਦੂਜੇ ਲਈ ਹੋਣਾ ਜ਼ਰੂਰੀ ਹੁੰਦਾ ਹੈ। ਬਿਲਕੁਲ ਜੀ, ਬਿਲਕੁਲ। ਹਾਂ, ਮੈਂ ਬਿਲਕੁਲ ਇਹੀ ਗੱਲ ਕਹਿੰਦਾ ਸੀ ਕਿ ਜਦੋਂ ਤੁਸੀਂ ਉਸ ਮਾਲਕ ਨੂੰ ਸਾਹਮਣੇ ਰੱਖ ਕੇ ਇੱਕ ਦੂਜੇ ਨੂੰ ਆਪਦਾ ਬਣਾ ਲਿਆ, ਤਾਂ ਉਸ ਤੇ ਵਕਤ ਆਪਦਾ ਤਿਆਗ ਵੀ ਲਿਆਓ। ਆਪਦੀ ਈਗੋ ਛੱਡ ਕੇ ਇੱਕ ਦੂਜੇ ਪ੍ਰਤੀ ਆਪਦਾ ਤਿਆਗ ਲਿਆਓ ਕਿ ਇਹ ਚੀਜ਼ ਦੇਖੋ, 2 ਜਣੇ ਨੇ, ਮਨੋਵਿਗਿਆਨ ਦੇ ਮੁਤਾਬਕ ਦੋਨਾਂ 'ਚ ਇੰਡੀਵਿਜੂਅਲ ਡਿਫਰੈਂਸਿਸ ਹੋਣਗੇ। ਸਾਡੇ ਭੈਣ ਭਰਾਵਾਂ 'ਚ ਵੀ ਹੈ, ਸਾਡੇ ਈਵਨ ਮਾਂ ਪਿਓ ਦੇ ਵਿੱਚ ਸਾਡੇ ਨਾਲ ਡਿਫਰੈਂਸ ਹੈਗੇ ਆ, ਹਰ ਇੱਕ ਸਾਡੇ ਬੱਚਿਆਂ 'ਚ ਸਾਡੇ ਨਾਲ ਹੈ ਡਿਫਰੈਂਸ। ਲੇਕਿਨ ਉਹ ਡਿਫਰੈਂਸ ਨੂੰ ਐਕਸੈਪਟ ਕਰੋ ਕਿ ਉਹ ਬੰਦਾ ਹੋਰ ਹੈ, ਵੀ ਇਹ ਆਈ ਸੋਚੂਗਾ, ਮੈਂ ਹੋਰ ਹਾਂ, ਮੈਂ ਇਸ ਤਰ੍ਹਾਂ ਸੋਚੂਗਾ। ਲੇਕਿਨ ਬੰਦਾ ਤਾਂ ਉਹੀ ਵਧੀਆ ਨਾ। ਜੇ ਤੁਸੀਂ ਦੋਸਤੀ ਕਿਸੇ ਨਾਲ ਕਰਦੇ ਆ ਜਾਂ ਪਤੀ ਪਤਨੀ ਨੂੰ ਐਕਸੈਪਟ ਕਰਦੇ ਆ, ਤੁਹਾਡਾ ਵਡੱਪਣ ਉਸ ਗੱਲ 'ਚ ਹੈ ਕਿ ਉਸ ਦੇ ਉਸੇ ਹੀ ਖਿਆਲਾਂ ਦੇ ਨਾਲ ਉਸ ਨੂੰ ਐਕਸੈਪਟ ਕਰੋ।
ਨਾ ਕਿ ਉਸ ਨੂੰ ਕੋਸ਼ਿਸ਼ ਹਰ ਵਕਤ ਇਹੀ ਰਵੇ ਕਿ ਮੈਂ ਇਹੋ ਜਿਹਾ, ਤੂੰ ਇਹੋ ਜਿਹਾ ਬਣ, ਤੂੰ ਵੀ ਇਹੋ ਜਿਹਾ ਬਣ। ਨਾ ਇਹ ਪਤਨੀ ਵੱਲੋਂ ਹੋਣਾ ਚਾਹੀਦਾ, ਨਾ ਉਹ ਜੋ ਹੈ ਤੁਸੀਂ ਹੈ, ਪਰਮਾਤਮਾ ਨੇ ਤੁਹਾਨੂੰ ਉਦਾਂ ਦਾ ਬਣਾਇਆ, ਤੁਹਾਡੀ ਸੋਚ ਉਹੋ ਜਿਹੀ ਹੈ, ਉਸ ਤਰ੍ਹਾਂ ਹੀ ਤੁਸੀਂ ਐਕਸੈਪਟ ਕਰਕੇ ਇੱਕ ਦੂਜੇ ਨਾਲ ਚੱਲ ਸਕਦੇ ਹੋ ਤੁਸੀਂ। ਔਰ ਇਸ ਟਾਈਮ ਜੇ ਕਿਸੇ ਦੇ ਮਨ 'ਚ ਇਹੋ ਜਿਹੇ ਵਿਚਾਰ ਆਉਂਦੇ, ਮੈਨੂੰ ਲੱਗਦਾ ਤੁਸੀਂ ਉਹ ਸੋਚੋ ਕਿ ਤੁਸੀਂ ਜਦ ਪਹਿਲੇ ਮਿਲੇ ਸੀ, ਜਦ ਤੁਸੀਂ ਵਿਆਹ ਕੀਤਾ ਸੀ, ਕਿਹੜੀ ਖੂਬੀਆਂ ਸੀਗੀਆਂ ਹਾਂ, ਕਰਕੇ ਤੁਸੀਂ ਇਸ ਇਨਸਾਨ ਨਾਲ ਸ਼ਾਦੀ ਦੇ ਬੰਧਨ ਵਿੱਚ ਬੰਦੇ ਹੋ। ਤੇ ਪਰਮਪਾਲ ਜੀ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹਾਂਗੀ, ਜਿਸ ਤਰ੍ਹਾਂ ਆਪਾਂ ਗੱਲਾਂ ਸੁਣੀਆਂ ਹੀਰ ਰਾਂਝਾ, ਸ਼ੀਰੀ ਫਰਾਦ, ਲੈਲਾ ਮਜਨੂ, ਇਹ ਲੋਕ ਇੱਕ ਦੂਜੇ ਨੂੰ ਪਾਉਣ ਲਈ ਮਰ ਗਏ ਪਰ ਪਾ ਨਹੀਂ ਸਕੇ। ਤੇ ਦੇਖੋ ਪਿਆਰ ਕਿਸ ਤਰ੍ਹਾਂ ਦਾ ਸੀਗਾ ਉਹਨਾਂ ਦਾ ਕਿ ਇਹ ਲੋਕ ਮਰ ਗਏ, ਪਰ ਮੈਨੂੰ ਇਹ ਵੀ ਲੱਗਦਾ ਹੈ ਜੇ ਸ਼ਾਦੀ ਹੋ ਜਾਂਦੀ ਸ਼ਾਇਦ ਇਹ ਵੀ ਆਪਸ ਵਿੱਚ ਦੁਖੀ ਹੋ ਜਾਂਦੇ। ਪਤਾ ਕੀ ਹੈ, ਕਹਾਣੀ ਤਾਂ ਹੀ ਬਣੀ ਕਿਉਂਕਿ ਇਹਨਾਂ ਨੇ ਇੱਕ ਦੂਜੇ ਪ੍ਰਤੀ ਤਿਆਗ ਬਹੁਤ ਦਿਖਾਇਆ, ਇੰਨਾ ਜ਼ਿਆਦਾ ਤਿਆਗ ਦਿਖਾਇਆ। ਦੇਖੋ ਹੁਣ ਤੁਸੀਂ ਛੇੜਤੀ ਗੱਲ, ਉਹ ਜੇ ਹੀਰ ਰਾਂਝੇ ਨੂੰ ਜਗੇ ਉਹ ਪਤਾ ਨਹੀਂ ਕਿੰਨੇ ਸਾਲ ਮੱਝਾਂ ਹੀ ਚਾਰਦਾ ਰਿਹਾ ਉਹਦੇ ਲਈ, ਹੈ ਨਾ ਜੀ। ਤੇ ਜੇ ਉਹ ਮਹੀਵਾਲ ਦੀ ਲੈ ਲਈਏ, ਉਹ ਤੁਸੀਂ ਦੇਖੋ ਵੀ ਕਿੰਨਿਆਂ ਮਤਲਬ ਸਿਰੜ ਦੇ ਨਾਲ ਉਹ ਜਾ ਕੇ ਉਹ ਕੱਟਦਾ ਰਿਹਾ। ਹਾਂਜੀ, ਪਰ ਤੁਹਾਨੂੰ ਲੱਗਦਾ ਸੀ ਕਿ ਇਹਨਾਂ 'ਚ ਅਨਕੰਡੀਸ਼ਨਲ ਲਵ ਦੀ ਭਾਵਨਾ ਸੀਗੀ? ਨਹੀਂ, ਮੈਨੂੰ ਇਹਦੇ ਤੋਂ ਮੈਂ ਨਹੀਂ ਜਾਂਦਾ, ਲੇਕਿਨ ਮੈਨੂੰ ਇੱਕ ਦੂਜੇ ਪ੍ਰਤੀ ਤਿਆਗ ਦੀ ਭਾਵਨਾ ਸੀ ਬਸ। ਉਹ ਜੇ ਤਿਆਗ ਦੀ ਭਾਵਨਾ, ਕੁਛ ਕਿਸੇ ਦੇ ਲਈ ਕੁਛ ਕਰਨ ਦੀ ਸਮਰੱਥਾ ਜਾਂ ਸੋਚ, ਹਾਂਜੀ, ਉਹ ਜਿਹੜੀ ਸੋਚ ਹੈ ਉਹੀ ਇਹਨਾਂ ਦਾ ਪਿਆਰ ਸੀ। ਦੇਖੋ ਪਿਆਰ ਦੇ ਡਿਫਰੈਂਟ ਵੱਖੋ ਵੱਖਰੇ ਮਤਲਬ ਕਿ ਹੋ ਗਏ ਨਾ, ਮਤਲਬ ਹਕੀਕੀ ਹੁੰਦਾ, ਕਹਿੰਦੇ ਹੁੰਦੇ ਇਸ਼ਕ ਹਕੀਕੀ ਤੇ ਇਸ਼ਕ ਮਜ਼ਾਜੀ, ਦੋ ਤਰ੍ਹਾਂ ਦੇ ਮਤਲਬ ਹੁੰਦੇ। ਹੁਣ ਇਹ ਜਿਹੜੀਆਂ ਕਹਾਣੀਆਂ ਮਜ਼ਾਜੀ ਦੇ ਤੌਰ ਤੇ ਆ, ਲੇਕਿਨ ਜੇ ਇੱਧਰ ਕਹਾਣੀਆਂ ਦੇਖੀਆਂ ਜਾਣ ਬਾਬਾ ਬੁੱਲੇ ਸ਼ਾਹ ਦੀਆਂ, ਹਾਂਜੀ, ਜਾਂ ਇਹ ਆਪਣਾ ਹਾਸ਼ਮ ਦੀਆਂ, ਇਹ ਸਾਰੀਆਂ ਇਸ਼ਕ ਹਕੀਕੀ ਵੱਲ ਚਲੀਆਂ ਗਈਆਂ। ਔਰ ਜੇ ਪੜ੍ਹੀਏ ਤਾਂ ਅਸੀਂ ਉਵੇਂ ਜਾਣਾਂਗੇ ਵੀ ਇਹਨਾਂ ਦਾ ਪਿਆਰ ਵੀ ਇਦਾਂ ਦਾ ਹੀ ਹੈ। ਤੁਸੀਂ ਬੁੱਲੇ ਸ਼ਾਹ ਦੀ ਗੱਲ ਕੀਤੀ ਤੇ ਮੈਂ ਬੁੱਲੇ ਸ਼ਾਹ ਦਾ ਇੱਕ ਦੋ, ਹਾਂਜੀ, ਆਉਣ ਦੋ ਬਸ, ਤਾਂ ਹੀ ਤਾਂ ਤੁਹਾਡੇ ਨਾਲ ਬੈਠ ਕੇ ਇਸ ਤਰੀਕੇ ਨਾਲ ਆਪਾਂ ਓਪਨ ਹੀ ਗੱਲਾਂ ਕਰਨੀਆਂ ਸੀ। ਬਾਬਾ ਬੁੱਲੇ ਸ਼ਾਹ ਨੇ ਕਿਹਾ ਸੀ, ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤਾਂ ਕੀ ਪੀਤਾ, ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ, ਵੇ ਬੁੱਲਿਆ ਪਿਆਰ ਇਹੋ ਜਿਹਾ ਕੀਤਾ ਤੇ ਕੀ ਕੀਤਾ। ਮੈਨੂੰ ਲੱਗਦਾ ਇਹ ਮਿਆਰ ਜਿਹੜੀ ਬਾਬਾ ਬੁੱਲੇ ਸ਼ਾਹ ਨੇ ਰੱਖੀ ਹੈ ਇਹ ਬਹੁਤ ਉੱਚੀ ਹੈ। ਸ਼ਾਇਦ ਸਾਡੇ ਵਰਗੇ ਆਮ ਲੋਕ ਉਸ ਮਿਆਰ ਤੇ ਨਹੀਂ ਪਹੁੰਚ ਸਕਦੇ, ਪਰ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਜਿਹੜੇ ਆਮ ਘਰੇਲੂ ਝਗੜੇ ਆ ਸਾਡੇ ਘਰਾਂ ਦੇ, ਉਹਨਾਂ ਨੂੰ ਅਸੀਂ ਜੇ ਇੱਕ ਥੋੜੀ ਜਿਹੀ ਉੱਚੀ ਸੋਚ, ਪਰਮਪਾਲ ਜੀ ਮੈਨੂੰ ਇਹ ਲੱਗਦਾ ਹੈ ਕਿ ਥੋੜਾ ਜਿਹਾ ਅਸੀਂ ਜੇ ਛੋਟੀ ਜਿਹੀ ਚੀਜ਼ ਨੂੰ ਖਿੱਚਣ ਦੀ ਬਜਾਏ ਥੋੜੇ ਜੇ ਜ਼ਿਆਦਾ ਸਹਿਨਸ਼ੀਲ ਹੋ ਜਾਈਏ। ਸਹਿਨਸ਼ੀਲਤਾ ਮੁੱਕਦੀ ਜਾਂਦੀ ਹੈ ਜੀ, ਇਹੀ ਮੇਨ ਗੱਲ ਹੈਗੀ ਹੈ ਕਿ ਸਹਿਨਸ਼ੀਲਤਾ ਲਿਆਉਣੀ ਪੈਣੀ ਹੈ ਸਾਨੂੰ ਇਹ ਰਿਸ਼ਤੇ ਕਾਇਮ ਕਰਨ ਦੇ ਲਈ। ਕਿਉਂਕਿ ਜਦੋਂ ਇਹ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਹੁੰਦਾ, ਤੁਹਾਨੂੰ ਪਤਾ ਹੈ ਕਿ ਅੱਗੇ ਉਲਝਣਾਂ ਆਉਣੀਆਂ, ਤੁਹਾਡੇ ਬੱਚੇ ਪੈਦਾ ਹੋਣੇ ਆ, ਐਜੂਕੇਸ਼ਨ ਦੇਣੀ ਆ ਬੱਚਿਆਂ ਨੂੰ, ਹੋਰ ਕੋਈ ਆਪਣਾ ਖਾਣ ਪੀਣ ਦਾ ਪ੍ਰਬੰਧ ਕਰਨਾ, ਕਹਿੰਦੇ ਕੁੱਲੀ ਜੁੱਲੀ ਤੇ ਗੁੱਲੀ, ਇਹ ਸਾਰਿਆਂ ਦਾ ਪ੍ਰਬੰਧ ਕਰਨਾ। ਉਹ ਜ਼ਿੰਮੇਵਾਰੀਆਂ 'ਚ ਆਉਂਦੇ ਉਹਦੇ 'ਚ ਪੇਸ਼ੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹ ਪੇਸ਼ੈਂਸ ਨਹੀਂ ਛੱਡਣੀ ਚਾਹੀਦੀ। ਇੱਕ ਗੱਲ ਮੋਨਿਕਾ ਜੀ ਤੁਸੀਂ ਕਹਿ ਰਹੇ ਸੀਗੇ ਕਿ ਦੋਸਤੀ ਦਾ ਰਿਸ਼ਤਾ, ਹਾਂਜੀ, ਦੇਖੋ ਮੇਰੇ ਖਿਆਲ ਦੇ ਮੁਤਾਬਕ ਜਿਹੜਾ ਦੋਸਤੀ ਦਾ ਜਿਹੜੀ ਸਭ ਤੋਂ ਵੱਡੀ ਜੇ ਮਿਸਾਲ ਕੋਈ ਲੈਣੀ ਹੋਵੇ, ਦੋਸਤ ਵੈਸੇ ਬਹੁਤ ਉੱਪਰ ਹੁੰਦੇ ਆ, ਮੇਰੇ ਕੋਲ ਦੋਸਤਾਂ ਦਾ ਖਜ਼ਾਨਾ ਹੈ, ਮੈਂ ਹਮੇਸ਼ਾ ਹੀ ਆਪਦੇ ਦੋਸਤਾਂ ਨੂੰ ਉੱਪਰ ਦੀ ਤਰਜੀਹ ਦਿੰਦਾ। ਪਰ ਇਸ ਗੱਲੋਂ ਵੀ ਮੈਂ ਖੁਸ਼ ਨਸੀਬ ਰਿਹਾ ਕਿ ਜਿਹੜੀ ਮੇਰੀ ਧਰਮ ਪਤਨੀ ਹੈ ਉਹਨੇ ਵੀ ਓਨਾ ਹੀ ਮੇਰੇ ਦੋਸਤਾਂ ਨੂੰ ਓਨਾ ਹੀ ਸਵੀਕਾਰ ਕੀਤਾ ਜਿੰਨਾ ਮੈਂ ਕੀਤਾ, ਕਿ ਹਾਂਜੀ ਵੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਗਰੁੱਪ ਹੋ, ਤੁਸੀਂ ਤੁਹਾਡੀ ਪਰਸਨੈਲਿਟੀ ਤਾਂ ਹੀ ਹੈ ਕਿ ਤੁਹਾਡੇ ਦੋਸਤ ਇੱਦਾਂ ਦੇ ਨੇ। ਇਸ ਗੱਲ ਨੂੰ ਲੈ ਕੇ ਇਹ ਚੱਲੇ। ਪਰ ਮੇਰੇ ਸਾਹਮਣੇ ਇੱਕ ਮਿਸਾਲ ਹੁੰਦੀ ਹੈ, ਜਿਹੜੇ ਦੁਨੀਆ ਦੇ ਵਿੱਚ ਜੇ ਦੋਸਤਾਂ ਦੀ ਮਿਸਾਲ ਦਿੱਤੀ ਜਾਵੇ ਤਾਂ ਉਹ ਗੁਰੂ ਨਾਨਕ ਸਾਹਿਬ ਤੇ ਮਰਦਾਨੇ ਦਾ ਜਿਹੜਾ ਰਿਸ਼ਤਾ ਸੀ, ਹਾਂਜੀ, ਇਹ ਦੋਸਤੀ ਦਾ ਰਿਸ਼ਤਾ ਸੀ। ਇਦੋਂ ਉੱਪਰ ਦੋਸਤੀ ਦੇ ਰਿਸ਼ਤੇ ਦੀ ਮਿਸਾਲ ਸਾਨੂੰ ਕਦੇ ਵੀ ਨਹੀਂ ਮਿਲਦੀ। ਉਹਦੇ ਵਿੱਚ ਵੀ ਤਿਆਗ ਆ ਗਿਆ ਜੀ, ਕਿ ਜਦੋਂ ਬਾਬਾ ਨਾਨਕ ਕਹਿੰਦਾ ਸੀਗਾ ਵੀ ਮਰਦਾਨਿਆਂ ਬਾਣੀ ਆਈ ਆ ਰਬਾਬ ਚੱਕ, ਤਾਂ ਅੱਜ ਤੱਕ ਦਾ ਕੋਈ ਇਹੋ ਜਿਹਾ ਦ੍ਰਿਸ਼ਟਾਂਤ ਨਹੀਂ ਮਿਲਦਾ ਕਿ ਮਰਦਾਨੇ ਨੇ ਕਿਹਾ ਹੋਵੇ ਵੀ ਨਹੀਂ ਬਾਬਾ ਜੀ ਮੈਨੂੰ ਤਾਂ ਭੁੱਖ ਲੱਗੀ ਹੈ, ਮੈਂ ਨਹੀਂ ਰਬਾਬ ਚੱਕ ਸਕਦਾ, ਜਾਂ ਮੈਨੂੰ ਕੁਛ। ਅੱਛਾ, ਫਿਰ ਜਿੰਨੀਆਂ ਉਦਾਸੀਆਂ ਉਹ ਵੀ ਨਾਲ ਰਿਹਾ ਜੀ, ਹਾਂਜੀ, ਦੋਨੇ ਬੁੜੇ ਹੋ ਗਏ ਫਿਰ ਵੀ ਨਾਲ ਰਿਹਾ, ਜਦ ਕਿ ਮਰਦਾਨਾ ਜਿਹੜਾ ਸੀ ਬਾਬਾ ਜੀ ਤੋਂ 10 ਸਾਲ ਵੱਡਾ ਸੀ। ਸੋ ਇਹ ਦੋਸਤੀ ਦੀ ਮੈਂ ਵੈਸੇ ਮੈਨੂੰ ਯਾਦ ਆ ਗਿਆ ਮਿਸਾਲ ਦਿੱਤੀ। ਪਰ ਜਿਹੜਾ ਦੋਸਤੀ ਦਾ ਖਜ਼ਾਨਾ, ਜਿਹੜੇ ਤੁਹਾਡੇ ਦੋਸਤ ਉਹ ਸਭ ਤੋਂ ਜ਼ਿਆਦਾ ਨੇੜਲੇ ਰਿਸ਼ਤੇਦਾਰ ਹੁੰਦੇ ਆ ਤੁਹਾਡੇ, ਜਿਸ ਤਰ੍ਹਾਂ ਸੁਦਾਮਾ ਕ੍ਰਿਸ਼ਨ,
ਇੱਥੇ ਜਾ ਉਹਦਾ ਵੀ ਮਿਸਾਲ ਤੁਸੀਂ ਦੇਖ ਬਿਲਕੁਲ, ਕਿ ਕਿਸ ਤਰ੍ਹਾਂ ਬਿਲਕੁਲ, ਆਪਾਂ ਕਹਿੰਦੇ ਕਿ ਇੱਥੇ ਊਚ ਨੀਚ ਕੋਈ ਨਾ ਜੀ, ਰਾਜਾ ਹੈ ਇੱਥੇ ਕੋਈ ਨਹੀਂ ਰੰਕ ਹੈ ਉਹ ਨਹੀਂ ਦੇਖਿਆ ਜਾਂਦਾ। ਦੋਸਤੀ ਦੇ ਰਿਸ਼ਤੇ ਵਿੱਚ ਤੁਸੀਂ ਇਹ ਸਭ ਚੀਜ਼ਾਂ ਨਹੀਂ ਦੇਖਦੇ, ਔਰ ਜੇ ਤੁਸੀਂ ਸ਼ਾਦੀ ਦੇ ਰਿਸ਼ਤੇ ਨੂੰ ਦੋਸਤੀ ਦਾ ਰਿਸ਼ਤਾ ਮੰਨਦੇ ਹੋ ਤੇ ਇਸ ਤੋਂ ਉੱਪਰਲੀ ਗੱਲ ਇਸ ਤੋਂ ਉੱਪਰ ਨਹੀਂ ਹੋ ਜਾਂਦਾ ਜੀ। ਸਕਦੇ। ਕ੍ਰਿਸ਼ਨ ਨੇ ਆਪਦੇ ਦਰਬਾਰ ਦੇ ਵਿੱਚ ਸਦਾਮੇ ਨੂੰ ਆਪਦੇ ਤਖਤ ਤੇ ਬਿਠਾਤਾ। ਹਾਂਜੀ, ਇਹ ਤੋਂ ਵੱਡੀ ਮਿਸਾਲ ਨਹੀਂ ਜੀ ਹੋ ਸਕਦੀ ਦੋਸਤ ਲਈ। ਔਰ ਮੈਨੂੰ ਵਾਹ। ਲੱਗਦਾ ਪਤੀ ਪਤਨੀ ਦਾ ਰਿਸ਼ਤਾ ਜੇ ਅਸੀਂ ਦੋਸਤੀ ਦੇ ਰੂਪ ਵਿੱਚ ਲੈ ਲਈਏ ਤੇ ਉਸ ਵਿੱਚ ਇੱਕ ਗੁਰ ਹੈ ਜਿਹੜਾ ਅਸੀਂ ਅਪਣਾ ਲਈਏ ਤੇ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਜਿਹੜੇ ਛੋਟੇ-ਮੋਟੇ ਮਸਲੇ ਆ ਜੀ ਉਹ ਆਪੇ ਹੀ ਹੱਲ ਹੋ ਜਾਣਗੇ। ਬਿਲਕੁਲ ਜੀ, ਬਿਲਕੁਲ। ਤੇ ਤੇ ਮੈਂ ਕਹਿਣਾ ਚਾਹਾਂਗੀ ਜੀ, ਤੇਰੀ ਦੋਸਤੀ ਤੇ ਕੁਰਬਾਨ ਜਾਵਾਂ, ਹਾਂਜੀ, ਤੇਰੀ ਦੋਸਤੀ ਤੇ ਕੁਰਬਾਨ ਜਾਵਾਂ, ਵਾਹ ਤੂੰ ਜਿਸ ਰਸਤੇ ਚੱਲੇ ਤੇਰੇ ਨਾਲ ਜਾਵਾਂ। ਵਾਹ, ਰੱਬ ਨਾ ਕਰੇ ਆਪਾਂ ਦੋਵੇਂ ਕਦੇ ਲੜੀਏ, ਰੱਬ ਨਾ ਕਰੇ ਆਪਾਂ ਦੋਵੇਂ ਕਦੇ ਲੜੀਏ, ਜੇ ਲੜੀਏ ਤਾਂ ਤੂੰ ਜਿੱਤੇ ਤੇ ਮੈਂ ਹਾਰ ਜਾਵਾਂ। ਵਾਹ ਜੀ ਵਾਹ, ਵਾਹ ਜੀ ਵਾਹ ਜੀ, ਬਹੁਤ ਹੀ ਅੱਛੇ। ਕਾਸ਼ ਕਿ ਪਤੀ ਪਤਨੀ ਵੀ ਇਦਾਂ ਹੀ ਸੋਚਣ। ਜੇ ਆਪਾਂ ਸੋਚਣ ਲੱਗ ਜਾਈਏ ਹਾਂਜੀ, ਮੈਨੂੰ ਲੱਗਦਾ ਹੈ ਬਹੁਤ ਸਾਰੇ ਸਾਡੇ ਜਿਹੜੇ ਮਸਲੇ ਹੈ ਉਹ ਇਸ ਲੈਵਲ ਤੇ ਹੱਲ ਹੋ ਸਕਦੇ ਆ। ਬਿਲਕੁਲ ਜੀ। ਮੋਨਿਕਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਸਾਡੇ ਜਿਹੜੇ ਦਰਸ਼ਕ ਹੈ ਜ਼ਰੂਰ ਇਸ ਨੂੰ, ਇਹ ਛੋਟੇ ਜਿਹੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨਗੇ। ਤੇ ਮੈਂ ਫਿਰ ਕਹੂੰਗਾ ਕਿ ਇਸ ਨੂੰ ਪ੍ਰਦੇਸ਼ ਟਾਈਮਸ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਇਹੋ ਜਿਹੇ ਅਸੀਂ ਪ੍ਰੋਗਰਾਮ ਤੇ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹੀਏ ਤੇ ਇਹੋ ਜਿਹੇ ਮਸਲਿਆਂ ਨੂੰ ਅਸੀਂ ਜਿਹੜੇ ਸਮਾਜਿਕ ਮਸਲੇ ਆ ਇਹਨਾਂ ਨੂੰ ਵਿਚਾਰਦੇ ਰਹੀਏ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੱਬ ਰਾਖਾ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ।